ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 109 ਤੇ ਹੇਠੋਂ ਪੰਜਵੀਂ ਪੰਕਤੀ ਹੈ। 5 ਨੰਬਰ ਤੋਂ ਬਾਅਦ ਪੇਈੜੈ ਪਿਰ ਜਾਤੋ ਨਹੀਂ, ਝੂਠ ਵਿਛੁੰਨੀ ਰੋਵੈ ਤਾਹੀਂ। ਤਾਹੀਂ ਹਾਹਨ ਪਿਆਰੀ ਬਿੰਦੀ। ਅਵਗਣ ਮੁੱਠੇ ਮਹਿਲ ਨਾ ਪਾਏ, ਅਵਗਣ ਗੁਣ ਬਖਸ਼ਾ ਬਣਿਆ। ਪੇਈੜੈ ਪੇਕੇ ਘਰ 'ਚ ਭਾਵੇਂ ਮਾਤ ਲੋਕ 'ਚ। ਸਾਡੇ 2 ਘਰ ਨੇ, ਇੱਕ ਪੇਕਾ ਘਰ ਹੈ, ਇੱਕ ਸਹੁਰਾ ਘਰ ਹੈ। ਇੱਕ ਮਾਤ ਲੋਕ ਹੈ, ਇੱਕ ਪਰਲੋਕ ਹੈ। ਮਾਤ ਲੋਕ ਨੂੰ ਪੇਕਾ ਘਰ ਕਹਿੰਦੇ ਨੇ, ਪਰਲੋਕ ਨੂੰ ਸਹੁਰਾ ਘਰ ਕਹਿੰਦੇ ਨੇ। ਪੇਈੜੈ ਪਿਰ ਜਾਤੋ ਨਹੀਂ, ਜਿਨ੍ਹਾਂ ਇੱਥੇ ਪੇਕੇ ਘਰ 'ਚ ਰਹਿੰਦੇ ਹੋਇਆਂ ਪ੍ਰਭੂ ਪਤੀ ਨੂੰ ਨਹੀਂ ਜਾਣਿਆ, ਜਿਨ੍ਹਾਂ ਨੇ ਇਸ ਮਾਤ ਲੋਕ 'ਚ ਰਹਿੰਦੇ ਆ ਪ੍ਰਭੂ ਪਤੀ ਨੂੰ ਨਹੀਂ ਜਾਣਿਆ। ਝੂਠ ਵਿਛੁੰਨੀ, ਝੂਠੇ ਪਦਾਰਥਾਂ ਲੱਗ ਕੇ ਉਹਦਾ ਪਰਮਾਤਮਾ ਨਾਲ ਵਿਛੋੜਾ ਪੈ ਗਿਆ ਹੈ। ਰੋਵੈ ਤਾਹੀਂ, ਹੁਣ ਤਾਹਾਂ ਮਾਰ ਮਾਰ ਕੇ ਰੋਂਦੀ ਹੈ। ਕਿਉਂ? ਲੱਗਣਾ ਸੀ ਪਰਮਾਤਮਾ ਨਾਲ, ਅਤੇ ਝੂਠ ਦਾ ਨਾਸ਼ਵੰਤ ਚੀਜ਼ਾਂ। ਮਨੁੱਖ ਪਰਮਾਤਮਾ ਨੂੰ ਛੱਡ ਕੇ ਨਾਸ਼ਵਾਨ ਚੀਜ਼ਾਂ ਨਾਲ ਜੁੜ ਗਿਆ ਹੈ, ਇਸ ਲਈ ਪਰਮਾਤਮਾ ਵਿਛੜ ਗਿਆ। ਵਿਛੋੜੇ 'ਚ ਹਮੇਸ਼ਾ ਦੁੱਖ ਹੁੰਦਾ, ਹੁਣ ਤਾਹਾਂ ਮਾਰ ਮਾਰ ਕੇ ਹੁੰਦੇ। ਕਿਉਂ? ਜਦੋਂ ਪਰਮਾਤਮਾ ਦਾ ਨਾਮ ਜਪਣ ਦਾ ਵੇਲਾ ਸੀ, ਉਦੋਂ ਜਪਿਆ ਨਹੀਂ ਹੈ। ਅਵਗਣ ਮੁੱਠੀ ਮਹਿਲ ਨਾ ਪਾਏ, ਔਗਣਾਂ ਦੀ ਠੱਗੀ ਹੋਈ। ਮੁੱਠੀ ਮੈਨੇ ਠੱਗੀ ਹੋਈ, ਔਗਣਾਂ ਦੀ ਠੱਗੀ ਹੋਈ ਮਹਿਲ ਨਾ ਪਾਏ। ਉਹਨੂੰ ਪਰਮਾਤਮਾ ਦਾ ਮਹਿਲ ਪ੍ਰਾਪਤ ਨਹੀਂ ਹੁੰਦਾ, ਪਰਮਾਤਮਾ ਦਾ ਘਰ ਪ੍ਰਾਪਤ ਨਹੀਂ ਹੁੰਦਾ, ਪਤੀ ਦਾ ਘਰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਅੰਦਰ ਔਗਣ ਨੇ। ਔਗਣਾਂ ਨੂੰ ਠੱਗ ਲਿਆ ਹੈ। ਅਵਗੁਣ ਗੁਣ ਬਖਸ਼ਾ ਬਣਿਆ। ਹੁਣ ਜਿਹੜੇ ਔਗਣ ਨੇ, ਜੇ ਆਪਾਂ ਆਪਣੇ ਅੰਦਰ ਗੁਣ ਧਾਰਨ ਕਰ ਲਈਏ, ਔਗਣਾਂ ਨੂੰ ਛੱਡ ਦਈਏ, ਤਾਂ ਫਿਰ ਬਖਸ਼ਾਏ ਜਾ ਸਕਦੇ ਨੇ। ਔਗਣ ਤਾਂ ਹੀ ਬਖਸ਼ੇ ਜਾ ਸਕਦੇ ਨੇ ਜੇ ਮੁੜ ਕੇ ਬੰਦਾ ਔਗਣ ਨਾ ਕਰੇ। ਇਹ ਸ਼ਰਤ ਹੈ। ਨਿਰੀਆਂ ਮਾਫੀਆਂ ਮੰਗਣ ਨਾਲ ਗੱਲ ਨਹੀਂ ਬਣਦੀ। ਹਾਲਾਂਕਿ ਜੇ ਐਤਕੀ ਮੈਨੂੰ ਮਾਫ਼ ਕਰ ਦਿਓ, ਅੱਗੇ ਤੋਂ ਮੈਂ ਇਸ ਤਰ੍ਹਾਂ ਨਹੀਂ ਕਰਦਾ। ਉਹ ਕਹੇ ਚੰਗਾ ਨਾ ਕਰੀ ਅੱਗੇ ਤੋਂ। ਉਹ ਫਿਰ ਕਰਦਾ ਤਾਂ ਫਿਰ ਉਹਨੂੰ ਮਾਫੀ ਨਹੀਂ ਮਿਲਦੀ। ਹੁਣ ਕਿਉਂ? ਉਹਨੇ ਝੂਠੀ ਮਾਫੀ ਮੰਗੀ। ਜਦੋਂ ਮਨੁੱਖ ਆਪਣੇ ਅੰਦਰ ਗੁਣ ਪੈਦਾ ਕਰ ਲੈਂਦਾ ਹੈ, ਔਗਣ ਛੱਡ ਦਿੰਦਾ ਹੈ, ਫਿਰ ਉਹਦੇ ਔਗਣ ਬਖਸ਼ਾਏ ਜਾ ਸਕਦੇ ਹਨ। ਪਰਮਾਤਮਾ ਉਹਦੇ ਔਗਣ ਨੂੰ ਬਖਸ਼ ਦਿੰਦਾ ਹੈ। ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ। ਪਰਮਾਤਮਾ ਪਿਛਲੇ ਔਗਣ ਨੂੰ ਬਖਸ਼ ਦਿੰਦਾ, ਅੱਗੇ ਸਿੱਧੇ ਰਾਹ ਪਾਉਂਦਾ। ਮਨੁੱਖ ਫਿਰ ਨਾਮ ਜਪਦਾ ਹੈ। ਨਾਮ ਜਪ ਜਪ ਕੇ ਜਿਹੜੀ ਔਗਣਾਂ ਦੀ ਮੈਲ ਮਨ ਨੂੰ ਲੱਗੀ ਹੋਈ ਸੀ, ਉਹ ਮੈਲ ਸਾਫ਼ ਹੋ ਜਾਂਦੀ ਹੈ ਅਤੇ ਹੁਣ ਬਖਸ਼ਿਆ ਜਾਂਦਾ ਹੈ। ਇਹ ਨਹੀਂ ਕਿ ਬਖਸ਼ੇ ਨਹੀਂ ਜਾਏਗਾ, ਪਰਮਾਤਮਾ ਬਖਸ਼ ਦਿੰਦਾ। ਇੱਕ ਸ਼ਰਤ ਹੈ ਕਿ ਮੁੜ ਕੇ ਉਹ ਕੰਮ ਨਾ ਕਰੇ, ਤੋਬਾ ਕਰ ਲੈ, ਫਿਰ ਨਾਮ ਜਪੀ ਜਾਏ, ਬਖਸ਼ਿਆ ਜਾਂਦਾ। ਪੇਈੜੈ ਜਿਨ ਜਾਤਾ ਪਿਆਰਾ, ਜਿਨ੍ਹਾਂ ਨੇ ਪੇਕੇ ਘਰ ਪਾ ਮਾਤ ਲੋਕ ਜਿਹਨਾਂ ਆਪਣੇ ਪਿਆਰੇ ਪਰਮਾਤਮਾ ਨੂੰ ਜਾਣ ਲਿਆ। ਗੁਰਮੁਖ ਬੂਝੈ ਤਤ ਵਿਚਾਰ, ਉਹ ਗੁਰੂ ਦੇ ਰਾਹੀਂ ਤਤ ਵਿਚਾਰ ਪਾ ਪਰਮਾਤਮਾ ਦਾ ਨਾਮ। ਗੁਰੂ ਦੇ ਰਾਹੀਂ ਉਹਨੂੰ ਪਰਮਾਤਮਾ ਦੇ ਨਾਮ ਦੀ ਸੋਝੀ ਆ ਜਾਂਦੀ ਹੈ ਕਿ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਉਹਨੂੰ ਸੋਝੀ ਆ ਗਈ। ਆਵਣ ਜਾਣਾ ਠਾਕ ਰਹਾਏ, ਸੱਚੇ ਨਾਮ ਸਮਾਵਣ। ਕਿਉਂਕਿ ਉਹ ਤਤ ਵਿਚਾਰ ਦੀ ਉਹਨੂੰ ਸੋਝੀ ਆ ਗਈ ਹੈ। ਹੁਣ ਉਹ ਨਾਮ ਜਪਦਾ ਹੈ। ਨਾਮ ਜਪਣ ਕਾ ਆਵਣ ਜਾਣਾ ਠਾਕ ਰਹੇ। ਜੰਮਣ ਮਰਨ ਨੂੰ ਰੋਕ ਲੈਂਦਾ। ਠਾਕਣਾ ਹੁੰਦਾ ਰੋਕਣਾ। ਉਹਦਾ ਜਨਮ ਮਰਨ ਫਿਰ ਖਤਮ ਹੋ ਜਾਂਦਾ ਹੈ।
ਸੱਚਾ ਨਾਮ ਸਮਾਵਣਿਆ। ਤੇ ਪਰਮਾਤਮਾ ਦੇ ਸੱਚਾ ਹੁੰਦਾ ਪਰਮਾਤਮਾ ਦੇ, ਇੱਕ ਹੁੰਦਾ ਸੱਚਾ, ਉਹ ਤੇ ਇੱਕ ਵਚਨ, ਸੱਚੇ ਬਹੁਵਚਨ। ਸੱਚੈ ਅਰਥ ਹੈ ਪਰਮਾਤਮਾ ਦੇ, ਸੱਚੈ ਨਾਮ ਸਮਾਵਣਿਆ। ਪਰਮਾਤਮਾ ਦੇ ਨਾਮ ਰਾਹੀਂ ਉਹ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ, ਉਹ 'ਚ ਲੀਨ ਹੋ ਜਾਂਦਾ। ਕਿਉਂਕਿ ਨਾਮ ਜਪੀ ਜਾਣਾ ਬੰਦਾ, ਜਿਹਦਾ ਨਾਮ ਜਪ ਰਿਹਾ ਉਹਦੇ ਨਾਲ ਮੇਲ ਹੋ ਜਾਂਦਾ ਉਹਦਾ। ਗੁਰਮੁਖ ਬੂਝੈ ਅਕਥ ਕਹਾਵੈ, ਸੱਚੇ ਠਾਕੁਰ ਸਾਚੋ ਭਾਵੈ। ਨਾਨਕ ਸੱਚ ਕਹੈ ਬੇਨੰਤੀ, ਸੱਚ ਮਿਲੈ ਗੁਣ ਗਾਵਣਿਆ। ਗੁਰਮੁਖ ਬੂਝੈ ਅਕਥ ਕਹਾਵੈ, ਅਕਥ ਪਰਮਾਤਮਾ ਨੂੰ ਕਹਿੰਦੇ ਨੇ। ਗੁਰੂ ਦੇ ਰਾਹੀਂ ਜਦੋਂ ਮਨੁੱਖ ਨੂੰ ਸੋਝੀ ਆਉਂਦੀ ਹੈ, ਫਿਰ ਉਹ ਪਰਮਾਤਮਾ ਦਾ ਨਾਮ ਜਪਦਾ, ਫਿਰ ਉਹ ਪਰਮਾਤਮਾ ਦਾ ਨਾਮ ਜਪਦਾ। ਕਿਉਂ? ਸੱਚੇ ਠਾਕੁਰ ਸਾਚੋ ਭਾਵੈ। ਸੱਚੇ ਪਰਮਾਤਮਾ ਨੂੰ ਸੱਚ ਹੀ ਚੰਗਾ ਲੱਗਦਾ ਹੈ। ਪਰਮਾਤਮਾ ਦਾ ਨਾਮ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਨਾਨਕ ਸੱਚ ਕਹੈ ਬੇਨੰਤੀ, ਸੱਚ ਮਿਲੈ ਗੁਣ ਗਾਵਣੇ। ਗੁਰੂ ਮਹਾਰਾਜ ਬੇਨਤੀ ਕਰਦੇ ਨੇ ਕਿ ਜਿਸ ਨੂੰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਫਿਰ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਪਹਿਲਾ ਗੁਣ ਗਾਉਂਦਾ ਸੱਚ ਦੀ ਪ੍ਰਾਪਤੀ ਲਈ, ਫਿਰ ਗੁਣ ਗਾਉਂਦਾ, ਬਸ ਉਹ ਫਿਰ ਗੁਣ ਗਾਉਂਦਾ ਹੀ ਰਹਿੰਦਾ। ਜਿਵੇਂ ਆਪਾਂ ਸ਼ੁਕਰਾਨੇ ਵਜੋਂ ਪਹਿਲਾਂ ਆਪਾਂ ਪਾਠ ਕਰਾਇਆ ਵੀ ਸਾਡੇ ਸੱਚੇ ਪਾਤਸ਼ਾਹ ਸਾਡੇ ਕਾਰਜ ਰਸ ਹੋ ਜਾਏ। ਜਦੋਂ ਕਾਰਜ ਰਸ ਹੋ ਜਾਂਦਾ ਫਿਰ ਆਪਾਂ ਸ਼ੁਕਰਾਨੇ ਦਾ ਪਾਠ ਕਰਾਉਂਦੇ ਹਾਂ। ਇਸ ਤਰ੍ਹਾਂ ਪਹਿਲਾਂ ਤਾਂ ਉਹ ਬੇਨਤੀ ਕਰਦਾ ਕਿ ਮੈਨੂੰ ਸੱਚ ਦੀ ਪ੍ਰਾਪਤੀ ਹੋ ਜਾਏ, ਅਤੇ ਜਦੋਂ ਸੱਚ ਮਿਲ ਜਾਂਦਾ ਫਿਰ ਪਰਮਾਤਮਾ ਗੁਣ ਗਾਉਂਦਾ ਰਹਿੰਦਾ। ਕਿਉਂਕਿ ਗੁਣ ਗਾਉਣ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮਾਝ ਮਹਿਲਾ ਤੀਜਾ ਘਰ ਪਹਿਲਾ, ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਕਰਮ ਹੋਵੈ ਸਤਿ ਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ। ਕਰਮ ਹੋਵੇ, ਕਰਮ ਹੁੰਦੀ ਪਰਮਾਤਮਾ ਦੀ ਬਖਸ਼ਿਸ਼। ਕਰਮ ਨੂੰ ਕਰਮ ਫਾਰਸੀ ਦਾ ਸ਼ਬਦ ਹੈ, ਅਤੇ ਉਹਦੇ ਫਾਰਸੀ ਦੀ ਲਿਖੀ ਦਾ ਅਰਥ ਹੁੰਦਾ ਫਜ਼ਲ। ਕਿਉਂਕਿ ਕਰਮ ਮੰਮੇ ਨੂੰ ਔਂਕੜ ਲਾਇਆ ਹੈ, ਕਰਮ ਪੁਲਿੰਗ ਬਣਾਇਆ ਹੋਇਆ ਹੈ, ਇਸ ਲਈ ਉਹਦਾ ਅਰਥ ਹੁੰਦਾ ਫਜ਼ਲ, ਬਖਸ਼ਿਸ਼। ਫਜ਼ਲ ਮੈਨੇ ਵੀ ਬਖਸ਼ਿਸ਼ ਹੁੰਦੇ ਅਤੇ ਕਰਮ ਮੈਨੇ ਵੀ ਬਖਸ਼ਿਸ਼ ਹੁੰਦੀ ਹੈ। ਜੇ ਪਰਮਾਤਮਾ ਦੀ ਬਖਸ਼ਿਸ਼ ਹੋਵੇ ਤਾਂ ਪਰਮਾਤਮਾ ਕਹਿੰਦੇ ਫਿਰ ਗੁਰੂ ਨਾਲ ਮਿਲਾਉਂਦੇ ਮਨੁੱਖ ਨੂੰ। ਗੁਰੂ ਨਾਲ ਮੇਲ ਵੈਸੇ ਨਹੀਂ ਹੁੰਦਾ, ਇਹ ਤਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਫਿਰ ਮਨੁੱਖ ਦਾ ਗੁਰੂ ਨਾਲ ਮੇਲ ਹੁੰਦਾ, ਫਿਰ ਗੁਰੂ ਮਹਾਰਾਜ ਤੋਂ ਗੁਰਮੰਤਰ ਲੈਂਦਾ, ਫਿਰ ਗੁਰੂ ਮਹਾਰਾਜ ਦੀ ਅਗਵਾਈ 'ਚ ਨਾਮ ਜਪਦਾ ਹੈ ਅਤੇ ਪ੍ਰਾਪਤੀ ਕਰ ਲੈਂਦਾ ਹੈ। ਸੋ ਜੇ ਪਰਮਾਤਮਾ ਦੀ ਬਖਸ਼ਿਸ਼ ਹੋਵੇ ਤਾਂ ਸਤਿਗੁਰੂ ਨਾਲ ਮੇਲ ਹੁੰਦਾ ਬੰਦੇ ਦਾ। ਸੇਵਾ ਸੁਰਤ ਸ਼ਬਦ ਚਲਾਏ, ਜਦੋਂ ਫਿਰ ਗੁਰੂ ਮਹਾਰਾਜ ਨਾਲ ਮੇਲ ਹੋ ਜਾਂਦਾ, ਬੰਦਾ ਸੇਵਾ 'ਚ ਆਪਣੀ ਸੁਰਤੀ ਜੋੜਦਾ ਹੈ, ਭਾਵ ਧਿਆਨ ਨਾਲ ਸੇਵਾ ਕਰਦਾ। ਸ਼ਬਦ ਚਿਤ ਲਾਏ ਅਤੇ ਪਰਮਾਤਮਾ ਦੇ ਨਾਮ ਨਾਲ ਚਿਤ ਲਾਉਂਦਾ ਹੈ। ਦੋਨੋਂ ਕੰਮ ਕਰਦਾ, ਸੇਵਾ ਵੀ ਕਰਦਾ ਅਤੇ ਨਾਮ ਵੀ ਜਪਦਾ ਹੈ। ਕਿਉਂਕਿ ਆਮ ਕਿਹਾ ਜਾਂਦਾ ਵੀ ਜਿਵੇਂ ਜਾਨਵਰ ਹੈ ਉਹ ਦੋ ਖੰਭਾਂ ਨਾਲ ਉੱਡਦਾ ਹੈ, ਹਵਾਈ ਜਹਾਜ਼ ਹੈ ਉਹ ਵੀ ਦੋ ਖੰਭਾਂ ਨਾਲ ਉੱਡਦਾ ਹੈ। ਸਿੱਖ ਨੇ ਵੀ ਦੋ ਖੰਭਾਂ ਨਾਲ ਉੱਡ ਕੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੈ, ਅਤੇ ਉਹ ਦੋ ਖੰਭ ਨੇ, ਇੱਕ ਸੇਵਾ, ਦੂਜਾ ਸਿਮਰਨ। ਸੇਵਾ ਵੀ ਕਰਨੀ ਹੈ, ਸਿਮਰਨ ਵੀ ਕਰਨਾ। ਜੇ ਨਿਸ਼ਕਾਮ ਸੇਵਾ ਹੋਵੇ ਫਿਰ ਇਕੱਲੀ ਸੇਵਾ ਨਾਲ ਵੀ ਪ੍ਰਾਪਤੀ ਹੋ ਜਾ ਕਰਦੀ। ਸੇਵਾ ਕਰਤ ਹੋਏ ਨਿਹਕਾਮੀ,
ਤਿਸ ਕੋ ਹੋਤ ਪ੍ਰਾਪਤ ਸਭ। ਨਿਸ਼ਕਾਮ ਸੇਵਾ ਦਾ ਮਤਲਬ ਸੇਵਾ ਦੇ ਬਦਲੇ ਮੰਗਣਾ ਕੁਛ ਨਹੀਂ, ਬਸ ਸੇਵਾ ਕਰਨੀ, ਉਹਦੇ ਬਦਲੇ ਮੰਗਣਾ ਨਹੀਂ ਹੈ। ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਜਪੀ ਜਾਓ, ਉਹਦੇ ਬਦਲੇ ਮੰਗਣਾ ਨਹੀਂ, ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਫਿਰ ਵੀ ਸਿੱਖ ਨੂੰ ਕਹਿ ਤੂੰ ਇਹ ਦੋਨੋਂ ਕੰਮ ਕਰਨੇ, ਸੇਵਾ ਵੀ ਕਰਨੀ ਹੈ ਅਤੇ ਸਿਮਰਨ ਵੀ ਕਰਨਾ। ਜਦੋਂ ਗੁਰੂ ਨਾਲ ਮੇਲ ਹੁੰਦਾ ਕਿਸੇ ਮਨੁੱਖ ਦਾ, ਫਿਰ ਉਹ ਸੇਵਾ ਵੀ ਕਰਦਾ ਅਤੇ ਚਿੱਤ ਲਾ ਕੇ ਸਿਮਰਨ ਵੀ ਕਰਦਾ। ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣੇ। ਉਹ ਨਾਮ ਜਪਦਾ, ਉਹਦੇ ਅੰਦਰ ਫਿਰ ਹਉਮੈ ਖਤਮ ਹੋ ਜਾਂਦੀ, ਮਾਇਆ ਦਾ ਮੋਹ ਚੁਕਾਵਣੇ ਖਤਮ ਕਰ ਦੇਣਾ। ਨਾਮ ਜਪਣ ਨਾਲ ਕੀ ਹੁੰਦਾ, ਸੇਵਾ ਕਰਨ ਨਾਲ ਕਿਹਦੇ ਅੰਦਰੋਂ ਹਉਮੈ ਖਤਮ ਹੁੰਦੀ ਹੈ, ਮਾਇਆ ਦਾ ਮੋਹ ਖਤਮ ਹੋ ਜਾਂਦਾ ਹੈ, ਸਦਾ ਸੁਖ ਪਾਇਆ ਅਤੇ ਸਦਾ ਰਹਿਣ ਵਾਲੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ, ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਅਸੀਂ ਇਹ ਦੋ ਕੰਮ ਕਰਦੇ ਰਹਿਣਾ। ਸੇਵਾ ਵੀ ਤਿੰਨ ਤਰੀਕੇ ਨਾਲ ਹੁੰਦੀ ਹੈ, ਮਨ ਕਰਕੇ, ਧਨ ਨਾਲ, ਸਰੀਰ ਨਾਲ। ਗੁਰਦੁਆਰੇ ਗਏ, ਕਿਸੇ ਨੇ ਝਾੜੂ ਫੇਰਿਆ, ਕਿਸੇ ਨੇ ਪੋਚਾ ਫੇਰਿਆ, ਕਿਸੇ ਨੇ ਭਾਂਡੇ ਮਾਂਜਣੇ, ਕਿਸੇ ਨੇ ਲੰਗਰ ਵਰਤਾਇਆ, ਸੇਵਾ ਕੀ। ਇਹ ਹੈਗਾ ਸਰੀਰ ਨਾਲ। ਕਈ ਵਾਰੀ ਸਾਨੂੰ ਸਮਾਂ ਨਹੀਂ ਹੁੰਦਾ, ਆਪਣੇ ਰੁਝੇਵੇਂ ਹੁੰਦੇ ਨੇ, ਅਸੀਂ ਮਾਇਆ ਨਾਲ ਸੇਵਾ ਕਰਦੇ। ਕੋਈ ਬਿਲਡਿੰਗ ਬਣ ਰਹੀ ਹੈ, ਕੁਛ ਹੋਰ ਹੈ, ਆਪਾਂ ਉੱਥੇ ਮਾਇਆ ਦੇ ਦਿੰਦੇ ਗੁਰਦੁਆਰਾ ਸਾਹਿਬ ਨੂੰ, ਇਹ ਵੀ ਸੇਵਾ ਹੈ। ਜੇ ਸਾਡੇ ਕੋਲ ਮਾਇਆ ਵੀ ਨਹੀਂ ਅਤੇ ਸਰੀਰ ਨਾਲ ਅਸੀਂ ਸੇਵਾ ਨਹੀਂ ਕਰ ਸਕਦੇ, ਤਾਂ ਮਨ ਕਰਕੇ ਹੀ ਅਰਦਾਸਾਂ ਕਰਦੇ ਨੇ, ਸੱਚੇ ਪਾਤਸ਼ਾਹ ਕਿਰਪਾ ਕਰਨੀ ਸੰਸਾਰ 'ਤੇ। ਜਿਵੇਂ ਕਈ ਵਾਰੀ ਆਪਣਾ ਕੋਈ ਰਿਸ਼ਤੇਦਾਰ, ਆਪਣਾ ਨਜ਼ਦੀਕੀ ਬਿਮਾਰ ਹੁੰਦਾ ਹਸਪਤਾਲ ਦੇ, ਫਿਰ ਉਹਨੂੰ ਕਿਤੇ ਭਾਈ ਤੂੰ ਪਾਠ ਕਰ ਉਹਦੇ ਭਲੇ ਲਈ। ਹੁਣ ਮੰਨ ਲਓ ਕਿਸੇ ਨੂੰ ਕਰੋਨਾ ਹੋ ਗਿਆ ਹੈ, ਹਸਪਤਾਲ 'ਤੇ ਵੜਨ ਨਹੀਂ ਦਿੰਦੇ, ਕਿਸੇ ਨੂੰ ਵੜਨ ਨਹੀਂ ਦਿੰਦੇ, ਤਾਂ ਕੋਈ ਬੰਦਾ ਜਾ ਕੇ ਉੱਥੇ ਸਰੀਰਕ ਤੌਰ 'ਤੇ ਸੇਵਾ ਨਹੀਂ ਉਹਦੀ ਕਰ ਸਕਦਾ, ਉਹ ਤਾਂ ਡਾਕਟਰ ਹੀ ਕਰਨਗੇ। ਤਾਂ ਫਿਰ ਸਾਡਾ ਕੀ ਫਰਜ਼ ਬਣਦਾ ਹੈ ਕਿ ਉਹਦੇ ਭਲੇ ਲਈ ਅਸੀਂ ਪਾਠ ਕਰਦੇ ਰਹੀਏ, ਉਹਦੇ ਭਲੇ ਲਈ ਪਾਠ ਕਰਦੇ ਰਹੀਏ। ਇਹ ਵੀ ਸੇਵਾ ਹੁੰਦੀ। ਸੋ ਗੁਰੂ ਮਹਾਰਾਜ ਕਹਿੰਦੇ ਹਉ ਵਾਰੀ ਜੀਓ ਵਾਰੀ, ਸਤਿਗੁਰ ਕੈ ਬਲਿਹਾਰਣੇ। ਮੈਂ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਮੈਂ ਗੁਰੂ ਤੋਂ ਵਾਰੀ ਜਾਂਦਾ, ਸਦਕੇ ਜਾਂਦਾ। ਹੁਣ ਸਵਾਲ ਪੈਦਾ ਕਿਉਂ ਜਾਂਦਾ ਬਈ, ਮੈਂ ਗੁਰੂ ਤੋਂ ਬਲਿਹਾਰ ਕਿਉਂ ਜਾਂਦਾ ਹਾਂ, ਮੈਂ ਉਸ ਤੋਂ ਸਦਕੇ ਕਿਉਂ ਜਾਂਦਾ ਹਾਂ? ਕਿਉਂਕਿ ਉਹਨੇ ਮੈਨੂੰ ਸੇਵਾ ਅਤੇ ਨਾਮ ਵਾਲੇ ਪਾਸੇ ਲਾ ਦਿੱਤਾ ਹੈ। ਉਹਨੇ ਮੇਰੇ ਅੰਦਰੋਂ ਹਉਮੈ ਖਤਮ ਕਰ ਦਿੱਤੀ ਹੈ, ਮਾਇਆ ਦਾ ਮੋਹ ਖਤਮ ਕਰ ਦਿੱਤਾ ਹੈ, ਮੈਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਗਈ ਹੈ। ਕਹਿੰਦੇ ਇਸ ਲਈ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ, ਸਦਕੇ ਜਾਂਦਾ। ਗੁਰਮਤਿ ਪ੍ਰਗਾਸ ਹੋਆ ਜੀ, ਅਣ ਦਿਨ ਹਰ ਗੁਣ ਗਾਵਣੇ। ਗੁਰੂ ਦੀ ਮੱਤ 'ਤੇ ਚੱਲ ਕੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਕਾਹਦਾ ਪ੍ਰਕਾਸ਼ ਹੈ? ਗਿਆਨ ਦਾ। ਅਗਿਆਨਤਾ ਨੂੰ ਹਨੇਰਾ ਕਹਿੰਦੇ ਨੇ, ਗਿਆਨ ਨੂੰ ਪ੍ਰਕਾਸ਼ ਕਹਿੰਦੇ ਨੇ। ਗੁਰੂ ਦੀ ਮੱਤ 'ਤੇ ਚੱਲ ਕੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਅਣ ਦਿਨ ਹਰ ਗੁਣ ਗਾਵਣੇ। ਅਤੇ ਜਿਹੜਾ ਵੀ ਫਿਰ ਗੁਰੂ ਦੀ ਮੱਤ 'ਤੇ ਚੱਲਦਾ ਹੈ, ਉਹ ਦਿਨ ਰਾਤ, ਅਣ ਦਿਨ, ਦਿਨ ਰਾਤ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ। ਕਿਉਂ? ਗਿਆਨ 'ਚ ਹੋ ਗਿਆ। ਗੁਰੂ ਦੀ ਮੱਤ ਚੱਲ ਕੇ ਗਿਆਨ ਹੋ ਗਿਆ ਹੈ ਕਿ ਮਨੁੱਖਾ ਜੀਵਨ ਦਾ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ, ਅਤੇ ਪਰਮਾਤਮਾ ਦੀ ਪ੍ਰਾਪਤੀ ਨਾਮ ਜਪਣ ਨਾਲ ਹੁੰਦੀ ਹੈ। ਉਹਨੇ ਗਿਆਨ ਹੋ ਗਿਆ ਹੈ, ਇਸ ਲਈ ਦਿਨ ਰਾਤ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ, ਉਹਦਾ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ। ਰਹਾਉ। ਤਨ ਮਨ ਖੋਜੇ ਤਾਂ ਨਾਉ ਪਾਏ, ਧਾਵਤ ਰਾਖੈ ਠਾਕ ਰਹਾਏ। ਗੁਰ ਕੀ ਬਾਣੀ ਅਣ ਦਿਨ ਗਾਵੇ, ਸਹਿਜੇ ਭਗਤ ਕਰਾਵਣੇ। ਤਨ ਮਨ ਖੋਜੇ,
ਤਨ ਮਨ ਦੀ ਖੋਜ ਕਰਨੀ ਹੈ ਵੀ ਜਿਹੜੇ ਸਰੀਰ ਨਾਲ ਮੈਂ ਕਰਮ ਕਰ ਰਿਹਾ ਕੀ ਠੀਕ ਨੇ। ਮਨ ਦੀ ਖੋਜ ਕਰਨੀ ਹੈ ਕਿ ਜੋ ਮੈਂ ਮਨ 'ਚ ਖਿਆਲ ਲਿਆ ਰਿਹਾ ਠੀਕ ਨੇ। ਜੇ ਗਲਤ ਨੇ ਤਾਂ ਤਿਆਗਣੇ ਨੇ। ਗਲਤ ਕੰਮ ਹੋ ਰਿਹਾ ਤਿਆਗਣਾ ਛੱਡਣਾ, ਗਲਤ ਖਿਆਲ ਆ ਰਿਹਾ ਛੱਡਣਾ। ਇਹ ਹੈ ਤਨ ਮਨ ਖੋਜਣਾ ਵੀ ਕੀ ਸਰੀਰ ਠੀਕ ਕੰਮ ਕਰ ਰਿਹਾ, ਕਿਤੇ ਗਲਤ ਕੰਮ ਤਾਂ ਨਹੀਂ ਕਰ ਰਿਹਾ, ਕਿਤੇ ਗੁਰਬਾਣੀ ਦੇ ਵਿਰੁੱਧ ਤਾਂ ਨਹੀਂ ਕਰਮ ਕਰ ਰਿਹਾ। ਮਨ ਨੂੰ ਖੋਜਣਾ ਕਿ ਮਨ 'ਚ ਕਿਤੇ ਵਿਸ਼ੇ ਵਿਕਾਰਾਂ ਦਾ ਖਿਆਲ ਤਾਂ ਨਹੀਂ ਆ ਰਿਹਾ। ਜਦੋਂ ਮਨੁੱਖ ਇਸ ਤਰ੍ਹਾਂ ਆਪਣੇ ਅੰਦਰ ਝਾਤੀ ਮਾਰਦਾ ਹੈ ਫਿਰ ਉਹ ਬੁਰਾਈਆਂ ਨੂੰ ਦੂਰ ਕਰਦਾ ਹੈ, ਫਿਰ ਉਹਨੂੰ ਨਾਮ ਦੀ ਪ੍ਰਾਪਤੀ ਹੁੰਦੀ। ਤਾਂ ਨਾਮ ਪਾਏ ਤਾਂ ਉਹਨੂੰ ਨਾਮ ਮਿਲਦਾ, ਕਿਉਂਕਿ ਔਗਣੇ ਆਰੇ ਨੂੰ ਨਾਮ ਨਹੀਂ ਮਿਲਿਆ ਕਰਦਾ। ਉਹ ਨਾਮ ਰੱਖੇ ਕਿਤੇ ਤਾਂ ਭਾਂਡਾ ਹੀ ਨਹੀਂ ਤਿਆਰ ਹੈ, ਤਾਂ ਭਾਂਡੇ ਹੀ ਤਿਆਰ ਨੇ। ਇਸ ਲਈ ਪਹਿਲਾਂ ਔਗਣ ਦੂਰ ਕਰਨੇ ਨੇ, ਫਿਰ ਜਾ ਕੇ ਗੱਲ ਬਣਦੀ ਹੈ। ਇਸ ਲਈ ਕਿ ਜਿਹੜਾ ਤਨ ਮਨ ਦੀ ਖੋਜ ਕਰਦਾ ਹੈ ਉਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਜਿਹਨੂੰ ਨਾਮ ਦੀ ਪ੍ਰਾਪਤੀ ਫਿਰ ਕਹਿੰਦੇ ਧਾਵਤ ਰੱਖੈ ਠਾਕ ਰਹਾ, ਉਹ ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖਦਾ। ਠਾਕ ਦੇ ਰੋਕਣਾ। ਇਹ ਮਨ ਦੌੜਦਾ ਰਹਿੰਦਾ, ਟਿਕਦਾ ਨਹੀਂ ਹੈ। ਕਿਉਂ? ਤਨ ਅਤੇ ਮਨ ਕਿਸੇ ਗਲਤ ਪਾਸੇ ਲੱਗਾ ਹੋਇਆ ਹੈ। ਤੁਸੀਂ ਕਦੇ ਵੀ ਨੋਟ ਕਰਿਓ, ਜੇ ਤੁਸੀਂ ਸਿਮਰਨ ਕਰਦੇ ਹੋ ਜਾਂ ਬਾਣੀ ਪੜ੍ਹਦੇ ਹੋ, ਤੁਹਾਡਾ ਧਿਆਨ ਤਿੰਨ ਪਾਸੇ ਜਾਂਦਾ। ਜਾਂ ਤਾਂ ਕਿਸੇ ਸਰੀਰ ਵਾਲੇ ਪਾਸੇ ਜਾਂਦਾ, ਕੋਈ ਸਰੀਰ ਯਾਦ ਆਉਂਦਾ ਹੈ, ਜਾਂ ਮਾਇਆ ਯਾਦ ਆਉਂਦੀ ਹੈ, ਜਾਂ ਕੋਈ ਚੀਜ਼ ਯਾਦ ਆਉਂਦੀ ਹੈ, ਉੱਧਰ ਧਿਆਨ ਜਾਂਦਾ। ਇਸ ਲਈ ਮਨੁੱਖ ਜਦੋਂ ਫਿਰ ਆਪਣੇ ਤਨ ਮਨ ਦੀ ਖੋਜ ਕਰਦਾ ਵੀ ਮਨ 'ਚ ਕੀ ਖਿਆਲ ਆ ਰਹੇ ਨੇ, ਕੀ ਇਹ ਠੀਕ ਨੇ ਕਿ ਗਲਤ ਨੇ। ਮੰਨ ਲਓ ਮਨ 'ਚ ਗਲਤ ਖਿਆਲ ਆ ਰਹੇ ਨੇ, ਇੱਕਦਮ ਸਿਮਰਨ ਸ਼ੁਰੂ ਕਰ ਦਿਓ। ਉਹ ਤਾਂ ਜੋ ਧਿਆਨ ਦੂਜੇ ਪਾਸੇ ਨੂੰ ਹੋ ਜਾਏ ਅਤੇ ਉੱਧਰ ਸਾਡਾ ਧਿਆਨ ਹਟ ਜਾਏ। ਗੱਲ 'ਤੇ ਧਿਆਨ ਨਹੀਂ ਹਟਾਉਣਾ, ਕਿਸੇ ਨਾ ਕਿਸੇ ਪਾਸੇ 'ਤੇ ਲਾਉਣਾ ਇਸ ਨੂੰ। ਇੱਕ ਬੱਚਾ ਡਿੱਗ ਪਿਆ ਹੈ, ਉਹ ਰੋਂਦਾ ਹੈ, ਮਾਂ ਕੋਲ ਕਹਿੰਦੇ ਵੇ ਕੀੜੀ ਦਾ ਆਟਾ ਡੁੱਲ ਗਿਆ। ਉਹਦਾ ਧਿਆਨ ਕੀੜੀ ਅਤੇ ਉਹਦੇ ਆਟੇ ਵੱਲ ਚਲਿਆ ਜਾਂਦਾ, ਹਾਲਾਂਕਿ ਨਾ ਉੱਥੇ ਕੀੜੀ ਨਾ ਆਟਾ। ਉਹ ਰੋਣਾ ਚੁੱਪ ਕਰਦਾ ਕਿ ਉਹਦਾ ਧਿਆਨ ਦੂਜੇ ਪਾਸੇ ਹੋ ਗਿਆ। ਅਸੀਂ ਵੀ ਸੰਸਾਰ ਵਾਲਾ ਹੈ ਭੁੱਲਿਆ, ਰੱਬ ਦਾ ਕੀ ਪਾਉਣਾ, ਇੱਧਰ ਪੁੱਟਣਾ ਇੱਧਰ ਲਾਉਣਾ। ਅਨਾਇਤ ਸ਼ਾਹ ਬੁੱਲੇ ਸ਼ਾਹ ਦਾ ਗੁਰੂ ਸੀ। ਬੁੱਲੇ ਸ਼ਾਹ ਨੂੰ ਮਿਲਣ ਗਿਆ, ਅੱਗੇ ਉਹ ਗੰਢਿਆਂ ਦੀ ਪਨੀਰੀ, ਪਿਆਜ਼ ਦੀ ਪਨੀਰੀ ਇੱਕ ਪਾਸੇ ਪੁੱਟ ਕੇ ਦੂਜੇ ਪਾਸੇ ਲਾ ਰਹੇ ਨੇ। ਅਤੇ ਬੁੱਲੇ ਸ਼ਾਹ ਕਹਿੰਦਾ ਵੀ ਗੁਰੂ ਜੀ ਇਹ ਰੱਬ ਕਿਵੇਂ ਮਿਲਦਾ ਹੈ? ਕਹਿੰਦੇ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰ ਪੁੱਟਣਾ ਇੱਧਰ ਲਾਉਣਾ। ਜੇ ਮੈਂ ਇੱਧਰ ਪਨੀਰੀ ਪੁੱਟ ਰਿਹਾ ਆ ਦੂਜੇ ਖੇਤ ਚਲਾ ਰਿਹਾ। ਮਨ ਨੂੰ ਸੰਸਾਰ ਵੱਲੋਂ ਪੁੱਟਣਾ, ਰੱਬ ਵਾਲੇ ਪਾਸੇ ਲਾਉਣਾ ਬਸ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹੜਾ ਤਨ ਮਨ ਦੀ ਖੋਜ ਕਰਦਾ ਹੈ ਉਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਜਿਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਹ ਦੌੜਦੇ ਹੋਏ ਮਨ ਨੂੰ ਇੱਕ ਥਾਂ 'ਤੇ ਰੋਕ ਲੈਂਦਾ ਹੈ। ਗੁਰ ਕੀ ਬਾਣੀ ਅਣ ਦਿਨ ਗਾਵੇ, ਸਹਜੇ ਭਗਤ ਕਰਾਵਣੇ। ਉਹ ਗੁਰੂ ਦੀ ਬਾਣੀ ਨੂੰ ਦਿਨ ਰਾਤ ਗਾਉਂਦਾ ਹੈ। ਬਾਣੀ ਪੜ੍ਹਦਾ ਹੈ, ਕੀਰਤਨ ਕਰਦਾ ਹੈ, ਕੀਰਤਨ ਸੁਣਦਾ ਹੈ, ਸਹਿਜੇ ਭਗਤ ਕਰਦੇ, ਸਹਿਜੇ ਹੀ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਹੈ। ਕਿਉਂਕਿ ਮਨ ਨੂੰ ਰੋਕ ਲਿਆ ਹੈ, ਮਨ ਨੂੰ ਨਾਮ ਵਾਲੇ ਪਾਸੇ ਲਾ ਦਿੱਤਾ ਹੈ। ਹੁਣ ਦਿਨ ਰਾਤ ਬਾਣੀ ਗਾਉਂਦਾ ਹੈ ਅਤੇ ਦਿਨ ਰਾਤ ਸਹਿਜ ਸੁਭਾਅ ਭਗਤੀ ਕਰਦਾ ਰਹਿੰਦਾ ਹੈ। ਇਸ ਕਾਇਆ, ਜਿਹੜਾ ਕਾਇਆ ਸ਼ਬਦ ਹੈ
ਜੇ ਆਪਾਂ ਕਾਇਆ ਬੋਲਾਂਗੇ ਇਹ ਹਿੰਦੀ ਦਾ, ਜੇ ਕਾਇਆ ਬੋਲਾਂਗੇ ਇਹ ਪੰਜਾਬੀ ਦਾ ਹੈ। ਇਸ ਲਈ ਪਾਠੀ ਦੀ ਮਰਜ਼ੀ ਹੈ, ਇਸ ਨੂੰ ਕਾਇਆ ਬੋਲੋ ਜਾਂ ਕਾਇਆ ਬੋਲੋ, ਅਰਥ ਇੱਕੋ ਹੀ ਹੈ। ਇਸ ਕਾਇਆ ਅੰਦਰ ਵਸਤ ਅਸੰਖਾ, ਗੁਰਮੁਖ ਸਾਚ ਮਿਲੈ ਤਾਂ ਵੇਖਾ, 9 ਦਰਵਾਜ਼ੇ 10ਵੇਂ ਮੁਕਤਾ, ਅਨਹਦ ਸ਼ਬਦ ਵਜਾਵਣੇ। ਇਸ ਕਈ ਅਰਥ ਕਹਿੰਦੇ ਇਸ ਸਰੀਰ ਦੇ ਵਿੱਚ ਬੇਅੰਤ ਵਸਤੂਆਂ ਹਨ। ਅਤੇ ਇੱਕ ਥਾਂ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦੇ ਇਸ ਸਰੀਰ ਦੇ ਵਿੱਚ ਬੇਅੰਤ ਪਰਮਾਤਮਾ ਵਸਦਾ ਹੈ। ਗੁਰਮੁਖ ਸਾਚ ਮਿਲੇ, ਗੁਰੂ ਦੇ ਰਾਹੀਂ ਜਦੋਂ ਨਾਮ ਮਿਲਦਾ ਨਾ ਤਾਂ ਵੇਖਾ, ਤਾਂ ਉਸ ਪਰਮਾਤਮਾ ਨੂੰ ਵੇਖਿਆ ਜਾ ਸਕਦਾ ਹੈ, ਤਾਂ ਉਸ ਨੂੰ ਵੇਖਿਆ ਜਾ ਸਕਦਾ। ਅਤੇ ਦੂਜਾ ਇਹ ਹੈ ਕਿ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੇ। ਬਈ ਜੋ ਬ੍ਰਹਮੰਡ ਦੇ ਵਿੱਚ ਹੈ ਉਹੀ ਸਾਡੇ ਸਰੀਰ ਦੇ ਵਿੱਚ ਹੈ। ਜਿਹੜਾ ਖੋਜ ਲੈਂਦਾ ਉਹ ਪਾ ਲੈਂਦਾ ਹੈ। ਜਿਵੇਂ ਬ੍ਰਹਮੰਡ ਵਿੱਚ ਬਹੁਤ ਕੁਛ ਹੈ, ਇਸ ਤਰੀਕੇ ਸਾਡੇ ਅੰਦਰ ਵੀ ਬਹੁਤ ਕੁਛ ਹੈ। ਜਦੋਂ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਨਾਮ ਜਪ ਕੇ, ਤਾਂ ਫਿਰ ਮਨੁੱਖ ਉਸ ਜੇ ਅੰਦਰ ਬੇਅੰਤ ਚੀਜ਼ਾਂ ਨੇ ਉਹਨਾਂ ਨੂੰ ਵੇਖ ਲੈਂਦਾ ਹੈ। ਅਤੇ ਦੂਸਰਾ ਅਰਥ ਹੈ ਕਿ ਇਸ ਸਰੀਰ ਦੇ ਵਿੱਚ ਪਰਮਾਤਮਾ ਵਸਦਾ ਹੈ, ਅਤੇ ਜਦੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਤਾਂ ਮਨੁੱਖ ਉਸ ਪਰਮਾਤਮਾ ਨੂੰ ਫਿਰ ਵੇਖ ਲੈਂਦਾ, ਦਰਸ਼ਨ ਕਰ ਲੈਂਦਾ। 9 ਦਰਵਾਜ਼ੇ 10ਵੇਂ ਮੁਕਤਾ, ਜਦੋਂ ਮਨੁੱਖ 9 ਦਰਵਾਜ਼ਿਆਂ ਨੂੰ ਲੰਘ ਕੇ 2 ਅੱਖਾਂ, 2 ਨਾਸਾਂ, 4 ਮੂੰਹ, 5 2 ਕੰਨ, 7 ਗੁਦਾ ਅਤੇ ਲਿੰਗ, ਇਹ 9 ਦਰਵਾਜ਼ੇ ਨੇ ਜਿਨ੍ਹਾਂ ਰਾਹੀਂ ਬਾਹਰੋਂ ਵੀ ਚੀਜ਼ ਅੰਦਰ ਜਾਂਦੀ ਹੈ ਅਤੇ ਅੰਦਰੋਂ ਵੀ ਚੀਜ਼ ਬਾਹਰ ਆਉਂਦੀ ਹੈ। 10ਵਾਂ ਜਿਹੜਾ ਦਰ ਹੈ ਉਹ ਕਹਿੰਦੇ ਬੰਦ ਰਹਿੰਦਾ, ਕਿਉਂਕਿ ਕਹਿੰਦੇ ਉੱਥੇ ਪਰਮਾਤਮਾ ਬੈਠਾ ਹੈ। ਪਰਮਾਤਮਾ ਨੇ ਕੀ ਕੀਤਾ ਵੀ ਆਪਣੇ ਆਪ ਨੂੰ 10ਵੇਂ 'ਚ ਘਰ 'ਚ ਬੰਦ ਕਰ ਲਿਆ ਹੈ। ਬਾਹਰੋਂ ਜਿੰਦਰਾ ਲਾਤਾ, ਉਹਦੀ ਕੁੰਜੀ ਗੁਰੂ ਨੂੰ ਦੇਤੀ। ਬਈ ਜਿਸ ਨੇ ਮੇਰਾ ਦਰਵਾਜ਼ਾ ਖੋਲ੍ਹਣਾ ਉਹਨੂੰ ਜਿੰਦਰਾ ਖੋਲ੍ਹਣਾ ਪਏਗਾ, ਅਤੇ ਜਿੰਦਰੇ ਦੀ ਕੁੰਜੀ ਗੁਰੂ ਕੋਲ ਹੈ, ਇਸ ਲਈ ਮਨੁੱਖ ਨੂੰ ਗੁਰੂ ਕੋਲ ਜਾਣਾ ਪਏਗਾ। ਅਤੇ ਉਹ ਕੁੰਜੀ ਹੈ ਕੀ ਅਸਲ 'ਚ? ਉਹ ਕੁੰਜੀ ਨਾਮ ਦੀ। ਗੁਰੂ ਮਹਾਰਾਜ ਫਿਰ ਉਹਨੂੰ ਨਾਮ ਦਿੰਦੇ ਨੇ, ਉਹ ਫਿਰ ਨਾਮ ਜਪਦਾ ਰਹਿੰਦਾ, ਜਪਦਾ ਰਹਿੰਦਾ, ਜਪਦਾ ਰਹਿੰਦਾ, ਅਤੇ 10ਵੇਂ ਦੁਆਰ 'ਚ ਪਹੁੰਚ ਜਾਂਦਾ ਹੈ। ਉੱਥੇ ਫਿਰ ਕੀ ਦੇਖਦਾ? ਅਨਹਦ ਸ਼ਬਦ ਵਜਾਵਣੇ, ਵੀ ਉੱਥੇ ਅਨਹਦ ਨਾਦ ਵੱਜ ਰਿਹਾ ਹੈ। ਉੱਥੇ ਆਪਣੇ ਆਪ ਹੀ ਰੱਬੀ ਸੰਗੀਤ ਹੋ ਰਿਹਾ ਹੈ। ਉੱਥੇ ਕੋਈ ਵਜਾ ਨਹੀਂ ਰਿਹਾ, ਆਪਣੇ ਆਪ ਹੀ ਵੱਜੀ ਜਾ ਰਿਹਾ ਸੰਗੀਤ। ਉਹ ਦੇਖਦਾ ਉੱਥੇ ਜਾ ਕੇ, ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦੀ ਮਨ ਵਸਾਈ। ਇਹਨੂੰ ਮਨ ਨਹੀਂ ਪੜ੍ਹਨਾ, ਹਾਲਾਂਕਿ ਉੱਤੇ ਟਿੱਪੀ ਲੱਗੀ ਹੋਈ ਹੈ। ਮਨ ਹੁੰਦਾ ਮੰਨਣਾ, ਮਨ ਇਹ ਬਿਨਾਂ ਟਿੱਪੀ ਦੇ ਬੋਲੇ ਮਨ, ਮਨ ਵਿੱਚ। ਗੁਰ ਪ੍ਰਸਾਦੀ ਮਨ ਵਸਾਈ, ਅਣ ਦਿਨ ਸਦਾ ਰਹਿ ਰੰਗ ਰਾਤਾ, ਦਰ ਸੱਚੈ ਸੋਝੀ ਪਾਵਨਿਆ। ਕਹਿੰਦੇ ਸੱਚਾ ਸਾਹਿਬ ਸੱਚੀ ਨਾਈ, ਪਰਮਾਤਮਾ ਵੀ ਸੱਚਾ ਅਤੇ ਉਹਦੀ ਵਡਿਆਈ ਵੀ ਸੱਚੀ। ਨਾਈ ਵਡਿਆਈ ਨੂੰ ਕਹਿੰਦੇ। ਫਾਰਸੀ ਦਾ ਸ਼ਬਦ ਹੈ ਅਸ਼ਨਾਈ, ਆੜਾ ਸੱਸੇ ਦੇ ਪੈਰ ਬਿੰਦੀ ਨੰਨੇ ਕੰਨਾ ਇਨ, ਅਸ਼ਨਾਈ ਭਾ ਵਡਿਆਈ। ਅਸ਼ਨਾਈ ਨੂੰ ਗੁਰਬਾਣੀ ਅਸਨਾਈ ਲਿਖਿਆ ਹੋਇਆ ਹੈ। ਉਹ ਤੋਂ ਛੋਟਾ ਦਾ ਸ਼ਬਦ ਸਨਾਈ, ਸੱਸਾ ਨੰਨੇ ਕੰਨਾ ਇਨ ਬਿਹਾਰੀ, ਸਨਾਈ। ਉਦੋਂ ਛੋਟਾ ਨਾਈ। ਤਾਂ ਆਸ਼ਨਾਈ ਦਾ ਹੀ ਅਰਥ ਵੀ ਵਡਿਆਈ ਹੈ ਅਤੇ ਨਾਈ ਦੀ ਅਰਥ ਵੀ ਵਡਿਆਈ ਹੈ, ਕਿਉਂਕਿ ਸੱਚੀ ਹੈ ਨਾ। ਇਹ ਨਾਈ ਜਾਤ ਨਹੀਂ ਹੈ, ਫਿਰ ਤਾਂ ਨਾਈ ਬੰਦਾ ਹੋ ਜਾਣਾ ਸੀ, ਨੈਣ ਇਸਤਰੀ ਹੋ ਜਾਣੀ ਸੀ।
ਸੱਚੀ ਨਾਈ ਸੱਚੀ ਵਡਿਆਈ। ਸੱਚਾ ਸਾਹਿਬ ਸੱਚੀ ਨਾਈ। ਪਰਮਾਤਮਾ ਵੀ ਸੱਚਾ, ਉਹਦੀ ਵਡਿਆਈ ਵੀ ਸੱਚੀ। ਪਰਮਾਤਮਾ ਵੀ ਸਦਾ ਰਹਿਣ ਵਾਲਾ ਅਤੇ ਉਹਦੀ ਵਡਿਆਈ ਵੀ ਸਦਾ ਰਹਿਣ ਵਾਲੀ ਹੈ। ਗੁਰ ਪ੍ਰਸਾਦੇ ਮਨ ਵਸਾਈ। ਜਿਸ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਇਹ ਵਡਿਆਈ ਉਹਦੇ ਮਨ 'ਚ ਵਸ ਜਾਂਦੀ ਹੈ। ਉਹ ਫਿਰ ਹਰ ਵਕਤ ਪਰਮਾਤਮਾ ਦੀ ਵਡਿਆਈ ਕਰਦਾ ਰਹਿੰਦਾ ਹੈ। ਕਦੇ ਬਾਣੀ ਪੜ੍ਹ ਲਈ, ਕਦੇ ਨਾਮ ਜਪ ਲਿਆ, ਕਿ ਗੁਰੂ ਦੀ ਕਿਰਪਾ ਹੋ ਗਈ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਮਨ ਵਸਾਈ। ਇਹ ਵਡਿਆਈ ਫਿਰ ਮਨ 'ਚ ਵਸ ਜਾਂਦੀ ਹੈ। ਜਿਹਦੇ ਮਨ 'ਚ ਫਿਰ ਵਡਿਆਈ ਵਸ ਗਈ ਨਾ ਪਰਮਾਤਮਾ ਦੀ, ਅਣ ਦਿਨ ਸਦਾ ਰਹਿ ਰੰਗ ਰਾਤਾ। ਉਹ ਦਿਨ ਰਾਤ ਪਰਮਾਤਮਾ ਦੇ ਰੰਗ 'ਚ ਰੰਗਿਆ ਰਹਿੰਦਾ ਹੈ, ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ। ਦਰ ਸੱਚਾ ਸੋਝੀ ਪਾਵਨੀ। ਅਤੇ ਪਰਮਾਤਮਾ ਦੇ ਦਰ ਦੀ ਉਹਨੂੰ ਫਿਰ ਸੋਝੀ ਹੋ ਜਾਂਦੀ ਹੈ। ਕਿਉਂ? ਦਿਨ ਰਾਤ ਨਾਮ ਜਪਦਾ ਹੈ ਅਤੇ ਫਿਰ ਉਹਨੂੰ ਪਰਮਾਤਮਾ ਦੀ ਸੋਝੀ, ਪਰਮਾਤਮਾ ਦੇ ਦਰ ਦੀ ਸੋਝੀ ਹੋ ਜਾਂਦੀ ਹੈ। ਪਾਪ ਪੁੰਨ ਕੀ ਸਾਰ ਨਾ ਜਾਣੀ। ਇੱਕ ਖਿਆਲ ਰੱਖਣਾ, ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਇਸ ਨੂੰ ਫਲ ਤਾਂ ਲੱਗਦਾ ਜੇ ਸਾਡੇ 'ਚ 3 ਔਗਣ ਨਾ ਹੋਣ। ਨੰਬਰ 1 ਹਰਾਮ ਦੀ ਕਮਾਈ, ਨੰਬਰ 2 ਨਸ਼ੇ, ਨੰਬਰ 3 ਵੱਧ ਚੱਲਣੇ। ਜੇ ਤਿੰਨਾਂ 'ਚੋਂ ਇੱਕ ਵੀ ਅੰਦਰ ਨੁਕਸ ਹੈ ਤਾਂ ਚਾਹੇ ਸਾਰੀ ਉਮਰ ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ, ਕੋਈ ਆਤਮਿਕ ਤਰੱਕੀ ਨਹੀਂ ਹੋਵੇਗੀ। ਲੱਗੇ ਰਹੋ ਭਾਵੇਂ। ਜੇ ਅਸੀਂ ਚਾਹੁੰਦੇ ਹਾਂ ਕਿਸੇ ਰੱਬ ਨੂੰ ਮਿਲਣਾ, ਸਾਡਾ ਆਤਮਿਕ ਤਰੱਕੀ ਹੋਵੇਗੀ ਤਾਂ ਹੀ ਰੱਬ ਨੂੰ ਮਿਲਾਂਗੇ ਨਾ। ਉਹ ਤਾਂ ਹੀ ਹੋ ਸਕਦੀ ਹੈ ਜੇ ਸਾਡੀ ਕਿਰਤ ਸੁੱਚੀ ਹੋਵੇ, ਜੇ ਸਾਡੀ ਕਮਾਈ ਨੇਕ ਹੋਵੇ, 10 ਨੌਂ ਦੀ ਕਿਰਤ ਹੋਵੇ, ਨਾ ਅਸੀਂ ਕੋਈ ਨਸ਼ਾ ਕਰਦੇ ਹੋਈਏ ਨਾ ਵੇਚਦੇ ਹੋਈਏ, ਅਤੇ ਸਾਡਾ ਚਾਲ ਚੱਲਣ ਉੱਚਾ ਹੋਵੇ। ਜਿਹਦੇ ਅੰਦਰ 3 ਗੁਣ ਨੇ, 10 ਨੌਂ ਦੀ ਕਿਰਤ, ਨਸ਼ਿਆਂ ਤੋਂ ਬਚਾਅ, ਉੱਚਾ ਚਾਲ ਚੱਲਣ, ਉਹਨੂੰ ਲੱਗੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਦਿਨ ਉਹਨੂੰ ਪ੍ਰਾਪਤੀ ਹੋ ਸਕਦੀ ਹੈ। ਕਿਉਂ? ਉਹਦਾ ਮਨ ਸਾਫ਼ ਹੈ। ਸਾਫ਼ ਮਨ ਹੈ, ਇਸ ਲਈ ਗੱਲ ਫਿਰ ਛੇਤੀ ਬਣ ਜਾਂਦੀ ਹੈ। ਸੋ ਇਸ ਲਈ ਜਿਨ੍ਹਾਂ ਨੇ ਇਸ ਪਾਸੇ ਲੱਗਣਾ, ਉਹਨਾਂ ਨੇ ਇਹਨਾਂ 3 ਗੱਲਾਂ 'ਤੇ ਪਹਿਰਾ ਦੇਣਾ ਪਏਗਾ, ਨਹੀਂ ਤਾਂ ਉਹਨੂੰ ਮਰਨ ਤੱਕ ਵੀ ਕੋਈ ਪ੍ਰਾਪਤੀ ਨਹੀਂ ਹੋਵੇਗੀ। ਉਹਨਾਂ ਦੀ ਮਿਹਨਤ ਐਵੇਂ ਹੀ ਚਲੀ ਜਾਏਗੀ। ਗੁਰੂਆਂ ਦੇ ਜੀਵਨ ਪੜ੍ਹੋ। ਗੁਰੂ ਮਹਾਰਾਜ ਜਿਹਦੇ ਕੋਲ ਗਏ ਜਾਂ ਜਿਹੜਾ ਗੁਰੂ ਮਹਾਰਾਜ ਦੇ ਕੋਲ ਆਇਆ, ਗੁਰੂ ਮਹਾਰਾਜ ਤਾਂ ਜਾਣੀ ਜਾਣ ਸਨ, ਉਹਨਾਂ ਉਹਦੀ ਬੁਰਾਈ ਉਸ ਤੋਂ ਛੁਡਾਈ। ਜਦੋਂ ਉਸਨੇ ਬੁਰਾਈ ਛੱਡ ਦਿੱਤੀ, ਫਿਰ ਉਹਨੂੰ ਗੁਰਮੰਤਰ ਦੀ ਦਾਤ ਦਿੱਤੀ। ਉਂਝ ਨਹੀਂ ਕਿਸੇ ਨੂੰ ਗੁਰਮੰਤਰ ਦੀ ਦਾਤ ਦਿੱਤੀ। ਨਹੀਂ ਤਾਂ ਮੇਰੇ ਵਰਗਾ ਕਹਿ ਦੇਗਾ ਜੀ ਦੇਖੋ ਜੀ ਤਨਖਾਹ ਥੋੜ੍ਹੀ ਹੈ ਜੀ, ਗੁਜ਼ਾਰਾ ਨਹੀਂ ਹੁੰਦਾ ਜੀ, ਇਹ ਰਿਸ਼ਵਤ ਲੈਣੀ ਪੈਂਦੀ ਹੈ ਜੀ, ਇਹ ਅੱਖ ਚੱਬਣਾ ਪੈਂਦਾ ਜੀ, ਮੈਨੂੰ ਨਾਮ ਦੇ ਦਿਓ, ਮੈਂ ਨਾਮ ਵੀ ਜਪਦਾ ਰਹਾਂਗਾ ਅਤੇ ਇਹੀ ਵੀ ਕਰਦਾ ਰਹਾਂਗਾ। ਇਹ ਨਹੀਂ ਚੱਲੇਗਾ। ਜਿਹਨੇ ਰੱਬ ਵਾਲੇ ਪਾਸੇ ਨੂੰ ਮੁੜਨਾ ਹੈ, ਉਹਨੂੰ ਇਹ 3 ਗੱਲਾਂ 'ਤੇ ਪਹਿਰਾ ਦੇਣਾ ਪਏਗਾ। ਇਹ 3 ਔਗਣ ਛੱਡਣੇ ਪੈਣਗੇ, ਫਿਰ ਜਾ ਕੇ ਉਹਦੀ ਆਤਮਿਕ ਤਰੱਕੀ ਹੋਣੀ ਸ਼ੁਰੂ ਹੋਵੇਗੀ, ਨਹੀਂ ਤਾਂ ਨਹੀਂ ਹੁੰਦੀ। ਸੋ ਤਾਂ ਗੁਰੂ ਮਹਾਰਾਜ ਕਹਿੰਦੇ, ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜੈ ਲਾਗੀ ਭਰਮ ਭੁਲਾਣੀ, ਅਗਿਆਨੀ ਅੰਧਾ ਮਗ ਨਾ ਜਾਣੇ, ਫਿਰ ਆਵਣ ਜਾਵਣੇ। ਹੁਣ ਜਿਹੜਾ ਅਗਿਆਨੀ ਹੈ, ਇਹ ਅੰਨਾ ਹੁੰਦਾ। ਇੱਕ ਤਾਂ ਅੰਨਾ ਹੈਗਾ ਅੱਖਾਂ ਤੋਂ, ਗੁਰਬਾਣੀ ਉਸ ਨੂੰ ਨਹੀਂ ਮਾਨਤਾ ਦਿੰਦੀ। ਉਹ ਕਹਿੰਦੇ ਵੈਸੇ ਹੋ ਗਿਆ ਤਾਂ ਅੰਧੇ ਇਹ ਨਾ ਆਖੀਏ, ਜਿਨ ਮੁਖ ਲੋਇਨ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮ ਕੁੱਥੇ ਜਾਏ। ਕਹਿੰਦੇ ਅੰਨੇ ਉਹ ਨਹੀਂ ਗਏ ਜਿਨ੍ਹਾਂ ਦੇ ਚਿਹਰੇ 'ਤੇ ਅੱਖਾਂ ਨਹੀਂ ਹੈਗੀਆਂ। ਅੰਨੇ ਉਹ ਨੇ ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਉਹ ਅੰਨੇ ਨੇ। ਅਤੇ ਉਹਦੇ ਲਈ ਹੀ ਅਗਿਆਨੀ ਸ਼ਬਦ ਵਰਤਿਆ ਗਿਆ। ਅਗਿਆਨੀ ਅੰਧਾ ਮਗ ਨ ਜਾ। ਅਗਿਆਨੀ ਹੈ, ਅੰਨਾ ਤਾਂ
ਉਹਨੂੰ ਰੱਬ ਦੇ ਰਸਤੇ ਦਾ ਪਤਾ ਹੀ ਨਹੀਂ ਹੈ। ਮਗ ਮੈਨੇ ਰਸਤਾ ਪਾਪ ਪੁੰਨ ਕੀ ਸਾਰ ਨਾ ਜਾਣੀ। ਉਹ ਅਗਿਆਨੀ ਹੋਣ ਕਰਕੇ, ਉਹ ਅੰਨਾ ਹੋਣ ਕਰਕੇ ਉਹਨੂੰ ਇਹੀ ਨਹੀਂ ਪਤਾ ਕਿ ਪਾਪ ਕੀ ਹੈ ਅਤੇ ਪੁੰਨ ਕੀ ਹੈ। ਬਹੁਤ ਸਾਰੇ ਲੋਕਾਂ ਨੂੰ ਇਹੀ ਨਹੀਂ ਪਤਾ ਕਿ ਜੋ ਉਹ ਕਰ ਰਹੇ ਨੇ ਕਿ ਠੀਕ ਹੈ ਕਿ ਗਲਤ ਹੈ। ਬੇਅੰਤ ਲੋਕਾਂ ਨੂੰ ਇਸੇ ਗੱਲ ਦਾ ਹੀ ਨਹੀਂ ਪਤਾ। ਚੋਰ ਚੋਰੀ ਕਰ ਰਿਹਾ, ਉਸ ਨੂੰ ਠੀਕ ਸਮਝ ਰਿਹਾ ਤਾਂ ਹੀ ਕਰ ਰਹੇ ਨੇ। ਲੁੱਟਾਂ ਖੋਹਾਂ ਕਰ ਰਹੇ ਨੇ, ਉਸ ਨੂੰ ਠੀਕ ਸਮਝਦੇ ਤਾਂ ਹੀ ਕਰ ਰਹੇ ਨੇ। ਮਿਲਾਵਟ ਖੋਰ ਮਿਲਾਵਟ ਕਰ ਰਿਹਾ, ਉਹਨੂੰ ਠੀਕ ਸਮਝਦੇ ਤਾਂ ਹੀ ਕਰ ਰਹੇ ਨੇ। ਰਿਸ਼ਵਤ ਖੋਰ ਰਿਸ਼ਵਤ ਲੈ ਰਿਹਾ, ਉਹਨੂੰ ਠੀਕ ਸਮਝ ਰਿਹਾ। ਉਹਨੂੰ ਨਸ਼ੇ ਕਰ ਰਿਹਾ ਹੈ, ਠੀਕ ਸਮਝ ਰਿਹਾ। ਇਸ ਲਈ ਉਹਨੂੰ ਪਤਾ ਹੀ ਨਹੀਂ ਪਾਪ ਕੀ ਹੈ ਪੁੰਨ ਕੀ ਹੈ। ਉਹਨੂੰ ਪਾਪ ਪੁੰਨ ਦੀ ਸਾਰ ਹੀ ਨਹੀਂ ਪਤਾ, ਵਿੱਚ ਫਰਕ ਕੀ ਹੈ। ਕਿਉਂ? ਦੂਜੇ ਲਾਗੀ ਭਰਮ ਭੁੱਲਣ, ਦੂਜੇ ਲਾਗੀ ਮਾਇਆ ਨਾਲ ਜੁੜ ਕੇ ਰੱਬ ਨੂੰ ਛੱਡ ਦਿੱਤਾ ਹੈ ਅਤੇ ਫਿਰ ਮਾਇਆ ਨਾਲ ਜੁੜ ਗਿਆ ਹੈ। ਮਾਇਆ ਕਾਰਨ ਅੰਦਰ ਭਰਮ ਪੈਦਾ ਹੋ ਗਿਆ, ਭਰਮ ਕਾਰਨ ਰੱਬ ਭੁੱਲ ਗਿਆ ਹੈ। ਰੱਬ ਭੁੱਲ ਗਿਆ, ਅਗਿਆਨੀ ਹੈ, ਅੰਨਾ ਹੈ। ਇਹਨੂੰ ਜੀਵਨ ਦਾ ਸਹੀ ਰਸਤਾ ਹੀ ਨਹੀਂ ਪਤਾ। ਮਗਰ ਰਸਤੇ ਨੂੰ ਜੀਵਨ ਦਾ ਸਹੀ ਰਸਤਾ ਹੀ ਨਹੀਂ ਪਤਾ ਵੀ ਜੀਵਨ ਜਿਉਣਾ ਕਿਵੇਂ ਹੈ। ਘੱਟ ਤੋਂ ਘੱਟ ਵੀ 90% ਲੋਕਾਂ ਨੂੰ ਨਹੀਂ ਪਤਾ ਕਿ ਜੀਵਨ ਕਿਵੇਂ ਜਿਉਣਾ। ਇਸੇ ਲਈ ਇੰਨੀ ਅਫਰਾ ਤਫਰੀ ਸੰਸਾਰ 'ਚ ਮਚੀ ਹੋਈ ਹੈ। ਦੁੱਖ ਹੀ ਦੁੱਖ ਫੈਲ ਗਏ ਹਨ। ਕਿਉਂ? ਜੀਵਨ ਜਾਂਚ ਹੀ ਨਹੀਂ ਹੁੰਦੀ ਹੈ। ਪਤਾ ਹੀ ਨਹੀਂ ਜੀਵਨ ਜਿਉਣਾ ਕਿਵੇਂ ਹੈ, ਕੀ ਕਰਨਾ ਕੀ ਨਹੀਂ ਕਰਨਾ, ਇਹ ਪਤਾ ਹੀ ਨਹੀਂ ਹੈ। ਕਈਆਂ ਨੂੰ ਪਤਾ ਹੁੰਦਾ, ਉਹ ਜਾਣ ਬੁੱਝ ਕੇ ਕਰੀ ਜਾਂਦੇ। ਉਹ ਕਹਿੰਦਾ ਕਿਹੜਾ ਪੁੱਛਦਾ, ਉਹ ਇਹ ਸੋਚਦੇ ਨਾ ਕਿਹੜਾ ਪੁੱਛਦਾ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਇਹ ਅਗਿਆਨੀ ਹੈ, ਇਹਨੂੰ ਪਾਪ ਪੁੰਨ ਦਾ ਪਤਾ ਹੀ ਨਹੀਂ ਹੈ। ਇਹ ਮਾਇਆ ਨਾਲ ਲੱਗ ਕੇ ਰੱਬ ਨੂੰ ਭੁੱਲ ਬੈਠਾ ਹੈ। ਇਹਨੂੰ ਜੀਵਨ ਦਾ ਰਸਤਾ ਪਤਾ ਹੀ ਨਹੀਂ ਹੈ। ਫਿਰ ਆਵਣ ਜਾਵਣਿਆ ਇਹ ਵਾਰੀ ਵਾਰੀ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ। ਇਹਦਾ ਜੰਮਣ ਮਰਦਾ ਚੱਕਰ ਬਣਿਆ ਰਹਿੰਦਾ। ਨਾਲੇ ਜੇ ਅਸੀਂ 3 ਬੁਰਾਈਆਂ ਛੱਡ ਦਈਏ ਨਾ, ਅਸੀਂ ਵੈਸੇ ਹੀ ਸੁਖੀ ਹੋ ਜਾਵਾਂਗੇ। ਸਾਡੀ ਜਿਹੜੀ ਸੰਗਤ ਕਰੇਗਾ ਉਹ ਵੀ ਸੁਖੀ ਹੋ ਜਾਏਗਾ। ਜਿਹੜਾ ਬੰਦਾ ਹਰਾਮ ਦੀ ਕਮਾਈ ਛੱਡ ਦੇ, ਨਸ਼ੇ ਛੱਡ ਦੇ, ਵੱਧ ਚੱਲਣੀ ਛੱਡ ਦੇ, ਉਹ ਤਾਂ ਆਪ ਹੀ ਸੁਖੀ ਹੋ ਜਾਏਗਾ। ਸੁਖੀ ਨਾ ਦੀ ਸੰਗਤ ਕਰਕੇ ਹੀ ਬੰਦਾ ਸੁਖੀ ਹੋ ਸਕਦਾ। ਚੰਗੇ ਦੀ ਸੰਗਤ ਕਰਕੇ ਹੀ ਬੰਦਾ ਚੰਗਾ ਹੋ ਸਕਦਾ। ਮਾੜੇ ਦੀ ਸੰਗਤ ਕਰਕੇ ਤੁਸੀਂ ਚੰਗੇ ਨਹੀਂ ਹੋ ਸਕਦੇ। ਕਿਉਂਕਿ ਜੈਸੀ ਸੰਗਤ ਵੈਸੀ ਰੰਗਤ। ਜਿਹਦੀ ਵੀ ਤੁਸੀਂ ਸੰਗਤ ਕਰੋਗੇ ਉਹਦਾ ਤੁਹਾਡੇ 'ਤੇ ਅਸਰ ਹੋਣਾ ਹੀ ਹੋਣਾ ਹੈ। ਇਸ ਲਈ ਸਿੱਖ ਨੂੰ ਕਹਿ ਤੂੰ ਸਤ ਸੰਗਤ ਕਰ। ਤੂੰ ਸਤ ਸੰਗਤ ਕਰਦਾ ਰਹਿ, ਕੁਸੰਗਤ ਤੇਰੀ ਆਪੇ ਖਤਮ ਹੋ ਜਾਏਗੀ। ਕਿਉਂਕਿ ਬੰਦਾ ਇੱਕ ਪਾਸੇ ਲੱਗ ਸਕਦਾ ਨਾ। ਤਾਂ ਗੁਰੂ ਮਹਾਰਾਜ ਕਹਿੰਦੇ ਗੁਰ ਸੇਵਾ ਤੇ ਸਦਾ ਸੁਖ ਪਾਇਆ, ਹਉਮੈ ਮੇਰਾ ਠਾਕ ਰਹਾਇਆ। ਗੁਰ ਸਾਖੀ ਮਿਟਿਆ ਅੰਧਿਆਰਾ, ਬਜਰ ਕਪਾਟ ਖੁਲਾਵਣਿਆ। ਗੁਰੂ ਦੀ ਸੇਵਾ ਕਰਕੇ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਕਿਸੇ ਸਾਧੂ ਦੀ, ਗੁਰੂ ਦੀ ਸੇਵਾ ਕਰਦੇ ਨਾ, ਉਹ ਸਾਡੇ ਚਾਹੇ ਸਾਨੂੰ ਬੋਲ ਕੇ ਸੀਸ ਨਾ ਵੀ ਦੇਣ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਸੇਵਾਦਾਰ 'ਤੇ ਰਹਿੰਦੀ ਹੈ। ਇੱਕ ਨੌਕਰ ਹੁੰਦਾ, ਇੱਕ ਸੇਵਾਦਾਰ ਹੁੰਦਾ। ਨੌਕਰ ਦੇ ਤਨਖਾਹ ਲੈ ਕੇ ਕੰਮ ਕਰ ਰਿਹਾ ਹੁੰਦਾ, ਸੇਵਾਦਾਰ ਬਿਨਾਂ ਤਨਖਾਹ ਤੋਂ ਕੰਮ ਕਰ ਰਿਹਾ ਹੁੰਦਾ।
ਕੁਦਰਤੀ ਗੱਲ ਹੈ, ਜਿਹਦੀ ਉਹ ਸੇਵਾ ਕਰ ਰਿਹਾ ਹੈ ਉਹਦੇ ਮਨ 'ਚ ਉਹਦੇ ਪ੍ਰਤੀ ਅਸੀਸ ਨਿਕਲਦੀ ਹੈ, ਉਹਦੇ ਅੰਦਰ ਸ਼ੁਭ ਭਾਵਨਾ ਪੈਦਾ ਹੁੰਦੀ ਹੈ, ਉਹ ਮਨ ਕਰਕੇ ਉਹਦਾ ਭਲਾ ਮੰਗਦਾ ਹੈ। ਅਤੇ ਕਿਉਂਕਿ ਗੁਰੂ ਭਲਾ ਮੰਗ ਰਿਹਾ, ਸਾਧੂ ਭਲਾ ਮੰਗ ਰਿਹਾ, ਤਾਂ ਉਹਦਾ ਭਲਾ ਹੋ ਹੀ ਜਾਣਾ। ਇਸ ਲਈ ਗੁਰ ਸੇਵਾ ਤੇ ਸਦਾ ਸੁਖ ਪਾਏ। ਗੁਰੂ ਦੀ ਸੇਵਾ ਕਰਕੇ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹਉਮੈ ਮੇਰਾ ਠਾਕ ਰਹਾਏ, ਫਿਰ ਅੰਦਰੋਂ ਹਉਮੈ ਅਤੇ ਮੇਰਾਪਨ, ਇਹ ਚੀਜ਼ ਮੇਰੀ ਹੈ, ਮੇਰਾ ਹੈ, ਇਹ ਰੁਕ ਜਾਂਦਾ, ਠਾਕ ਰਹਾ। ਉਹ ਅੰਦਰੋਂ ਹਉਮੈ ਨੂੰ ਅਤੇ ਮੇਰਾਪਨ ਨੂੰ ਰੋਕ ਦਿੰਦਾ ਹੈ। ਭਾਵ ਦੇ ਅੰਦਰ ਹਉਮੈ ਅਤੇ ਜਿਹੜੇ ਅਪਨੱਤ ਹੈ ਉਹ ਖਤਮ ਹੋ ਜਾਂਦੇ ਹੈ। ਗੁਰ ਸਾਖੀ ਮਿਟਿਆ ਅੰਧਿਆਰਾ, ਸਾਖੀ ਮੈਨੇ ਸਿੱਖਿਆ। ਗੁਰੂ ਦੀ ਸਿੱਖਿਆ ਨਾਲ ਅੰਦਰਲਾ ਹਨੇਰਾ ਖਤਮ ਹੋ ਜਾਂਦਾ, ਅੰਧਿਆਰਾ ਹਨੇਰਾ। ਗੁਰੂ ਦੀ ਸਿੱਖਿਆ 'ਤੇ ਚੱਲ ਕੇ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ। ਬਜਰ ਕਪਾਟ ਖੁੱਲ੍ਹਾ ਬਣੇ। ਅਤੇ ਦਸਮ ਦੁਆਰ ਨੂੰ ਬਾਣੀ ਕਹਿੰਦੀ ਵੀ ਬੜੇ ਸਖਤ ਦਰਵਾਜ਼ੇ ਲੱਗੇ ਹੋਏ ਨੇ। ਜੇ ਬਜਰੀ ਸਖਤ ਹੁੰਦੀ ਕਿ ਨਹੀਂ, ਕਪਾਟ ਨੇ ਦਰਵਾਜ਼ੇ, ਬੜੇ ਸਖਤ ਦਰਵਾਜ਼ੇ ਜਿਹੜੇ ਦਸਮ ਦੁਆਰ ਨੂੰ ਲੱਗੇ ਨੇ, ਖੁੱਲ੍ਹਾ ਬਣੇ, ਖੁੱਲ੍ਹ ਜਾਂਦੇ ਨੇ। ਜਦੋਂ ਬੰਦਾ ਗੁਰੂ ਦੀ ਸਿੱਖਿਆ 'ਤੇ ਚੱਲਦਾ ਨਾ, ਉਹਦੇ ਅੰਦਰ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ। ਉਹ ਨਾਮ ਜਪੀ ਜਾਂਦਾ ਅਤੇ ਸਖਤ ਦਰਵਾਜ਼ੇ ਵੀ ਉਹਦੇ ਲਈ ਖੁੱਲ੍ਹ ਜਾਂਦੇ ਹਨ। ਆ ਸਾਰੀ ਗੁਰਬਾਣੀ ਗੁਰੂ ਦੀ ਸਿੱਖਿਆ ਹੈ। ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਆਪਣੇ ਵਿਚਾਰ ਨਹੀਂ ਹੈ। ਪਤਾ ਲੱਗੇ ਗੁਰੂ ਮਹਾਰਾਜ ਕਹਿੰਦੇ ਕੀ ਨੇ। ਜੇ ਪਹਿਲਾਂ ਪਤਾ ਲੱਗੂ ਵੀ ਕੀ ਕਹਿੰਦੇ ਤਾਂ ਹੀ ਆਪਾਂ ਮੰਨਾਂਗੇ ਨਾ। ਅਤੇ ਜੇ ਆਪਾਂ ਬਾਣੀ ਪੜ੍ਹ ਰਹੇ ਤਾਂ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਪੜ੍ਹ ਰਹੇ ਹਾਂ, ਅਤੇ ਫਿਰ ਅਸੀਂ ਅਮਲ ਵੀ ਨਹੀਂ ਕਰ ਸਕਦੇ। ਤਾਂ ਇਹ ਕਥਾ ਸ਼ੁਰੂ ਕੀਤੀ ਗਈ ਸੀ। ਇਹਦੇ ਦੋ ਲਾਭ ਨੇ ਕਥਾ ਦੇ। ਇੱਕ ਤਾਂ ਜਿਹੜਾ ਕਥਾ ਸੁਣਦਾ ਉਹਦਾ ਪਾਠ ਸ਼ੁੱਧ ਹੁੰਦਾ, ਦੂਸਰਾ ਨੂੰ ਬਾਣੀ ਸਮਝ ਆਉਂਦੀ ਹੈ ਕਿ ਬਾਣੀ ਕੀ ਕਹਿੰਦੀ ਹੈ। ਸਮਝ ਆਵੇਗੀ ਤਾਂ ਹੀ ਬੰਦਾ ਕੋਈ ਗੱਲ ਮੰਨੇਗਾ ਨਾ। ਇਸ ਲਈ ਕਥਾ ਸੁਣਨਾ ਬਹੁਤ ਜ਼ਰੂਰੀ ਹੁੰਦਾ ਹੈ। ਦੂਰਾ ਫਾਇਦਾ, ਨਾਲੇ ਪਾਠ ਸ਼ੁੱਧ ਹੁੰਦਾ, ਨਾਲੇ ਸਮਝ ਆਉਂਦੀ ਵੀ ਕੀ ਗੁਰੂ ਮਹਾਰਾਜ ਕਹਿ ਕੀ ਰਹੇ। ਹਉਮੈ ਮਾਰ ਮਨ ਵਸਾਇਆ, ਗੁਰ ਚਰਨੀ ਸਦਾ ਚਿਤ ਲਾਇਆ। ਗੁਰ ਕਿਰਪਾ ਤੇ ਮਨ ਤਾਂ ਨਿਰਮਲ, ਨਿਰਮਲ ਨਾਮ ਧਿਆਵਣਿਆ। ਹਉਮੈ ਖਤਮ ਕਰਕੇ ਪਰਮਾਤਮਾ ਦੇ ਨਾਮ ਨੂੰ ਬੰਦਾ ਮਨ 'ਚ ਵਸਾ ਲੈਂਦਾ ਹੈ। ਹਉਮੈ ਮਾਰ ਮਨ ਵਸਾਇਆ, ਕਿਉਂਕਿ ਨਾਮ ਅਤੇ ਹਉਮੈ ਦੋਨੋਂ ਇਕੱਠੇ ਨਹੀਂ ਰਹਿ ਸਕਦੇ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਈ। ਜਿੱਥੇ ਹਉਮੈ ਹੋਏਗੀ ਉੱਥੇ ਨਾਮ ਨਹੀਂ ਹੋਏਗਾ, ਅਤੇ ਜਿੱਥੇ ਨਾਮ ਹੋਏਗਾ ਉੱਥੇ ਹਉਮੈ ਨਹੀਂ ਹੋਏਗਾ। ਹਉਮੈ ਮਾਰ ਕੇ ਬੰਦਾ ਨਾਮ ਨੂੰ ਮਨ 'ਚ ਵਸਾ ਲੈਂਦਾ ਹੈ। ਗੁਰ ਚਰਨੀ ਸਦਾ ਚਿਤ ਲਾਇਆ, ਅਤੇ ਗੁਰੂ ਦੇ ਚਰਨਾਂ ਨਾਲ ਸਦਾ ਚਿੱਤ ਲਾ ਕੇ ਰੱਖਦਾ ਹੈ। ਗੁਰੂ ਦੇ ਚਰਨਾਂ ਤੋਂ ਭਾਵ ਹੈ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ, ਗੁਰੂ ਦਾ ਦਿੱਤਾ ਗੁਰਮੰਤਰ। ਉਹ ਸਦਾ ਹੀ ਬਾਣੀ ਨਾਲ ਅਤੇ ਨਾਮ ਨਾਲ ਚਿੱਤ ਲਾ ਕੇ ਰੱਖਦਾ ਹੈ। ਫਿਰ ਕੀ ਹੁੰਦਾ ਹੈ? ਗੁਰ ਕਿਰਪਾ, ਫਿਰ ਗੁਰੂ ਦੀ ਕਿਰਪਾ ਹੁੰਦੀ। ਗੁਰੂ ਕਿਰਪਾ 'ਤੇ ਮਨ ਤਨ ਨਿਰਮਲ। ਗੁਰੂ ਦੀ ਕਿਰਪਾ ਨਾਲ ਮਨ ਅਤੇ ਤਨ ਦੋਨੋਂ ਸ਼ੁੱਧ ਹੋ ਜਾਂਦੇ ਨੇ। ਨਿਰਮਲ ਨਾਮ ਧਿਆਵਣਿਆ, ਅਤੇ ਫਿਰ ਇਸ ਨਾਮ ਨੂੰ ਜਪਦਾ ਰਹਿੰਦਾ ਹੈ। ਨਾਮ ਨਿਰਮਲ ਹੈ, ਇਸ ਲਈ ਨਿਰਮਲ ਨਾਮ ਨੇ ਮਨ ਨੂੰ ਨਿਰਮਲ ਕਰਨਾ ਹੈ। ਮੰਨ ਲਓ ਤੁਹਾਡਾ ਝਾੜੂ ਹੀ ਲਿਬੜਿਆ ਹੋਇਆ ਹੈ, ਤੁਹਾਡੇ ਫਰਸ਼ ਨੂੰ ਸਾਫ਼ ਨਹੀਂ ਕਰ ਸਕਦਾ। ਝਾੜੂ ਸਾਫ਼ ਹੈ ਤਾਂ ਹੀ ਫਰਸ਼ ਸਾਫ਼ ਹੋਵੇਗਾ ਨਾ। ਇਸ ਲਈ ਨਾਮ ਪਹਿਲਾਂ ਮਨ ਨੂੰ ਸਾਫ਼ ਕਰਦਾ ਹੈ, ਫਿਰ ਉਹ ਨਾਮ ਮਨ ਦੇ ਵਿੱਚ ਵਸ ਜਾਂਦਾ ਹੈ।
ਬੰਦਾ ਫਿਰ ਉਸ ਨਾਮ ਨੂੰ ਜਪਦਾ ਰਹਿੰਦਾ, ਕਿਉਂਕਿ ਮਨ ਨਿਰਮਲ ਹੋ ਗਿਆ। ਬੁਰਾਈਆਂ ਜਪਣ ਨਹੀਂ ਦਿੰਦੀਆਂ। ਤੁਸੀਂ ਲੱਗ ਜਾਓ ਜਪਣ, ਤੁਹਾਡਾ ਧਿਆਨ ਉਸ ਬੁਰਾਈ ਵੱਲ ਹੀ ਜਾਏਗਾ। ਵਾਹਿਗੁਰੂ ਕਰਦੇ ਬੁਰਾਈ ਵੱਲ ਧਿਆਨ ਜਾਏਗਾ। ਕਦੇ ਵੀ ਤੁਸੀਂ ਨੋਟ ਕਰ ਲਓ, ਜੋ ਵੀ ਅੰਦਰ ਬੁਰਾਈ ਹੈ ਸਿਮਰਨ ਕਰਦੇ ਆਪਾਂ ਉਧਰ ਨੂੰ ਧਿਆਨ ਜਾਏਗਾ। ਅਤੇ ਗੱਲ ਤੇ ਪ੍ਰਾਪਤੀ ਤੇ ਧਿਆਨ ਨਾਲ ਹੋਣੀ, ਅਤੇ ਧਿਆਨ ਬਾਣੀ ਉਹ ਬੁਰਾਈ ਵੱਲ ਚਲਿਆ ਗਿਆ। ਇਸ ਲਈ ਬੰਦੇ ਗੱਲ ਬਣਦੀ ਨਹੀਂ ਹੈ। ਜਦੋਂ ਮਨ ਨਿਰਮਲ ਹੋ ਜਾਂਦਾ, ਅੰਦਰ ਬੁਰਾਈ ਰਹੀ ਕੋਈ ਨਹੀਂ, ਫਿਰ ਧਿਆਨ ਕਿੱਧਰ ਜਾਏਗਾ? ਕਿਸੇ ਪਾਸੇ ਨਹੀਂ ਜਾਏਗਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਹਉਮੈ ਮਾਰ ਮਨ ਵਸਾਇਆ। ਹਉਮੈ ਨੂੰ ਮਾਰ ਕੇ ਬੰਦਾ ਨਾਮ ਨੂੰ ਮਨ 'ਚ ਵਸਾ ਲੈਂਦਾ ਹੈ। ਗੁਰ ਚਰਨੀ ਸਦਾ ਚਿਤ ਲਾਏ, ਫਿਰ ਸਦਾ ਹੀ ਗੁਰੂ ਦੀ ਬਾਣੀ ਅਤੇ ਗੁਰੂ ਦੇ ਨਾਮ ਨਾਲ ਚਿੱਤ ਲਾ ਕੇ ਰੱਖਦਾ ਹੈ। ਫਿਰ ਗੁਰੂ ਦੀ ਕਿਰਪਾ ਦੇ ਗੁਰ ਕਿਰਪਾ 'ਤੇ ਮਨ ਤਨ ਨਿਰਮਲ, ਫਿਰ ਗੁਰੂ ਦੀ ਕਿਰਪਾ ਨਾਲ ਮਨ ਅਤੇ ਤਨ ਨਿਰਮਲ ਹੋ ਜਾਂਦਾ ਹੈ। ਨਿਰਮਲ ਨਾਮ ਤੇ ਆਵਣਿਆ ਅਤੇ ਬੰਦਾ ਫਿਰ ਉਸ ਪਵਿੱਤਰ ਨਾਮ ਨੂੰ ਜਪਦਾ ਰਹਿੰਦਾ ਹੈ। ਜੀਵਨ ਮਰਨਾ ਸਭ ਤੁਧੈ ਤਾਈ। ਇਹ ਤਾਈ ਪੜ੍ਹਨਾ, ਇਹਨੂੰ ਬਿਹਾਰੀ ਬਿੰਦੀ ਲਾ ਕੇ ਤਾਈ ਪੜ੍ਹੋਗੇ, ਜਿਵੇਂ ਚਾਚੀ ਤਾਈ ਹੁੰਦੀ ਹੈ। ਤਾਏ ਦੀ ਘਰ ਵਾਲੀ ਤਾਈ ਲੱਗੀ, ਚਾਚੇ ਦੀ ਘਰ ਵਾਲੀ ਚਾਚੀ ਲੱਗੀ। ਇੱਥੇ ਉਹ ਭਾਵ ਨਹੀਂ ਹੈ ਤਾਈ ਦਾ। ਤਾਈ ਜੀਵਨ ਮਰਨਾ ਸਭ ਤੁਧੈ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣ। ਜਿਹੜਾ ਸਾਡਾ ਜੰਮਣਾ ਜਾਂ ਮਰਨਾ ਇਹ ਤਾਂ ਪਰਮਾਤਮਾ ਦੇ ਵੱਸ 'ਚ ਹੈ। ਅਸੀਂ ਨਾ ਆਪਣੀ ਮਰਜ਼ੀ ਨਾਲ ਪੈਦਾ ਹੋਏ, ਨਾ ਅਸੀਂ ਆਪਣੀ ਮਰਜ਼ੀ ਨਾਲ ਮਰ ਸਕਦੇ ਹਾਂ। ਮੈਂ ਦੇਖੇ ਕਈਆਂ ਨੂੰ, ਉਹ ਆਤਮ ਹੱਤਿਆ ਕਰਨ ਲਈ ਨਹਿਰ 'ਚ ਛਾਲ ਮਾਰ ਦਿੰਦੇ ਨੇ। ਜੇ ਤਾਂ ਵਾਕਈ ਉਹਦੀ ਮੌਤ ਆ ਚੁੱਕੀ ਹੈ, ਫਿਰ ਉਹਨੂੰ ਬਚਾਉਣ ਵਾਲਾ ਕੋਈ ਨਹੀਂ ਰਹਿੰਦਾ। ਪਰ ਜੇ ਅਜੇ ਉਹਦੀ ਜ਼ਿੰਦਗੀ ਰਹਿੰਦੀ ਹੈ ਤਾਂ ਕੋਈ ਨਾ ਕੋਈ ਵੇਖ ਲੈਂਦਾ, ਉਹ ਵੀ ਉੱਤੋਂ ਛਾਲ ਮਾਰ ਕੇ ਉਸ ਨੂੰ ਬਚਾ ਲੈਂਦਾ ਹੈ। ਇਸ ਲਈ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਨਾ ਕੋਈ ਪੈਦਾ ਹੋ ਸਕਦਾ, ਨਾ ਕੋਈ ਮਰ ਸਕਦਾ। ਸਾਡੀ ਆਪਣੀ ਮਰਜ਼ੀ ਨਹੀਂ। ਸਾਡੀ ਹੀ ਕਲੋਨੀ ਦੇ ਇੱਕ ਲੜਕਾ ਅਤੇ ਲੜਕੀ, ਪਹਿਲਾਂ ਦਾ ਪਿਤਾ ਸਵਰਗਵਾਸ ਹੋ ਗਿਆ, ਚਲੋ ਮਾਂ ਕਮਾਉਂਦੀ ਸੀ, ਫਿਰ ਮਾਂ ਵੀ ਸਵਰਗਵਾਸ ਹੋ ਗਈ, ਉਹ ਦੋਨੋਂ ਬੱਚੇ ਰਹਿ ਗਏ। ਉਹ ਦੋਨੋਂ ਹੀ ਅਜੇ ਨੌਕਰੀ 'ਤੇ ਨਹੀਂ ਸਨ ਲੱਗੇ। ਉਹ ਇੰਨੇ ਡਿਪਰੈਸ਼ਨ 'ਚ ਚਲੇ ਗਏ ਕਿ ਕੁਝ ਸਮੇਂ ਬਾਅਦ ਦੋਨਾਂ ਭੈਣ ਭਰਾਵਾਂ ਨੇ ਸੋਚਿਆ ਵੀ ਆਪਾਂ ਨਹਿਰ ਛਾਲ ਮਾਰ ਕੇ ਮਰ ਜਾਈਏ। ਉਹਨਾਂ ਦੋਨਾਂ ਨੇ ਜਾ ਕੇ ਨਹਿਰ 'ਚ ਛਾਲ ਮਾਰਦੀ। ਕੋਈ ਵੇਖ ਰਿਹਾ ਸੀ, ਉਹਨੇ ਵੀ ਛਾਲ ਮਾਰਤੀ। ਉਹਨੇ ਲੜਕੀ ਨੂੰ ਤਾਂ ਬਚਾ ਲਿਆ, ਲੜਕਾ ਰੁੜ ਗਿਆ ਪਾਣੀ। ਦੇਖੋ, ਗਏ ਦੋਨੋਂ ਸਨ ਮਰਨ, ਪਰ ਇੱਕ ਦੀ ਵਧੀ ਸੀ, ਉਹਨੂੰ ਅਗਲੇ ਬਚਾ ਲਿਆ। ਸੋ ਉਹਦਾ ਹੁਕਮ ਹੁੰਦਾ ਹੈ। ਇਹ ਜੰਮਣਾ ਮਰਨਾ ਸਾਡੇ ਵੱਸ 'ਚ ਨਹੀਂ ਹੈ। ਜੇ ਸਾਡੇ ਵੱਸ ਇਸ ਤਾਂ ਮਰੀਏ ਹੀ ਨਾ। ਕੋਈ ਮਰਨਾ ਚਾਹੁੰਦਾ? ਕੋਈ ਨਹੀਂ ਮਰਨਾ ਚਾਹੁੰਦਾ। ਫਿਰ ਤਾਂ ਇੱਕ ਵੀ ਕਰੋਨੇ ਨਾਲ ਨਾ ਮਰਦਾ। ਕਈ ਵਾਰੀ ਡਾਕਟਰ ਹੈ, ਹਸਪਤਾਲ ਹੈ, ਆਕਸੀਜਨ ਵੀ ਹੈ, ਕੋਲ ਪੈਸੇ ਵੀ ਹਨ, ਪਰ ਹੁਣ ਸਮਾਂ ਹੀ ਪੂਰਾ ਗਿਆ, ਇਸ ਲਈ ਕੋਈ ਨਹੀਂ ਬਚਾ ਸਕਦਾ। ਵੈਦਿਕ ਅਨਕ ਭਾਵ ਕਹਾਂ ਲੋ ਭਾਖੀ, ਜਿਸ ਕੀ ਪੁੱਜੈ ਔਦ ਤਿਸੈ ਕੌਣ ਰਾਖੇ। ਔਦ ਹੁੰਦੀ ਉਮਰ, ਪੁੱਜਿਆ ਤਾਂ ਪੂਰੀ ਹੋ ਜਾਣਾ। ਜਿਸ ਦੀ ਉਮਰ ਪੂਰੀ ਹੋ ਜਾਏ ਉਹਨੂੰ ਕੌਣ ਰੱਖ ਸਕਦਾ ਹੈ। ਵੈਦਿਕ ਅਨਕ ਭਾਵ ਕਹਾਂ ਲੋ ਭਾਖੀ। ਵੈਦ ਜਿਹੜੇ ਡਾਕਟਰ ਨੇ ਅਨੇਕਾਂ ਉਪਾਅ ਕਿੱਥੋਂ ਤੱਕ ਕਰੀ ਜਾਣਗੇ, ਕਿਉਂਕਿ ਉਮਰ ਹੀ ਪੂਰੀ ਹੋ ਗਈ, ਉਹਨੇ ਚਲੇ ਜਾਣਾ। ਅਤੇ ਜਿਹਦੀ ਬਚੀ ਹੈ ਉਹਨੇ ਫਿਰ ਬਚ ਜਾਣਾ ਹੁੰਦਾ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਜੀਵਨ ਮਰਨਾ ਸਭ ਤੁਧੈ ਤਾਈ। ਇਹ ਪਰਮਾਤਮਾ, ਇਹ ਜਨਮ ਮਰਨ ਤੇਰੇ ਵੱਸ 'ਚ ਹੈ। ਜਿਸ ਬਖਸ਼ੇ ਤਿਸ ਦੇ ਵਡਿਆਈ। ਜਿਹਨੂੰ ਪਰਮਾਤਮਾ ਬਖਸ਼ ਦੇਵੇ
ਉਹਨੂੰ ਵਡਿਆਈ ਦਿੰਦਾ। ਕਾਹਦੀ? ਨਾਮ ਦੀ। ਉਹਨੂੰ ਨਾਮ ਦੀ ਵਡਿਆਈ ਦਿੰਦਾ ਹੈ ਵੀ ਨਾਮ ਜਪ ਤੂੰ। ਨਾਨਕ ਨਾਮ ਧਿਆਏ ਸਦਾ ਤੂੰ, ਤੂੰ ਸਦਾ ਹੀ ਪਰਮਾਤਮਾ ਦਾ ਨਾਮ ਜਪੀ ਜਾ। ਜੰਮਨ ਮਰਨ ਸਵਾਰਣਿਆ, ਇਸ ਤਰ੍ਹਾਂ ਤੂੰ ਆਪਣਾ ਜਨਮ ਤੋਂ ਲੈ ਕੇ ਮਰਨ ਤੱਕ ਜਿਹੜਾ ਸਮਾਂ ਉਹ ਸਵਾਰ ਲਏਗਾ। ਨਾਮ ਜਪੀ ਜਾਣਾ, ਇਹਦੇ ਨਾਲ ਸਾਡਾ ਜੀਵਨ ਸੰਵਰ ਜਾਂਦਾ ਹੈ। ਜਿਉਂ ਜਿਹਾ ਬੰਦਾ ਨਾਮ ਜਪੀ ਜਾਂਦੀ, ਇਹਦੀ ਸੋਚ ਉੱਚੀ ਹੁੰਦੀ ਜਾਂਦੀ ਹੈ। ਇਹਨੂੰ ਵੈਸੇ ਸੋਝੀ ਆਉਂਦੀ ਜਾਂਦੀ ਕੀ ਠੀਕ ਹੈ ਅਤੇ ਕੀ ਗਲਤ ਹੈ, ਕਿਉਂਕਿ ਨਾਮ ਜਪਣ ਵਾਲਾ ਬੰਦਾ ਜ਼ਰੂਰ ਸਤ ਸੰਗਤ ਕਰਦਾ। ਸਤ ਸੰਗਤ ਕਰਕੇ ਮਨੁੱਖ ਨੂੰ ਸੋਝੀ ਆਉਂਦੀ ਹੈ। ਨਹੀਂ ਤਾਂ ਗੁਰਬਾਣੀ ਕਿ ਬਿਨ ਸੰਗਤੀ ਐਸੇ ਰਹੇ ਜੈਸੇ ਪਸ਼ੂ ਢੋਰ। ਸਤ ਸੰਗਤ ਤੋਂ ਬਿਨਾਂ ਤਾਂ ਮਨੁੱਖ ਇਸ ਤਰ੍ਹਾਂ ਜਿਵੇਂ ਡੰਗਰ ਹੋਣ। ਜਿਵੇਂ ਡੰਗਰ ਨੂੰ ਕੋਈ ਗਿਆਨ ਨਹੀਂ ਉਹ ਠੀਕ ਕਰ ਰਿਹਾ ਕਿ ਗਲਤ ਕਰ ਰਿਹਾ ਹੈ, ਉਹਨੂੰ ਕੋਈ ਗਿਆਨ ਨਹੀਂ। ਇਸ ਤਰ੍ਹਾਂ ਸਤ ਸੰਗਤ ਤੋਂ ਬਿਨਾਂ ਮਨੁੱਖ ਨੂੰ ਗਿਆਨ ਹੀ ਨਹੀਂ ਹੁੰਦਾ ਕਿ ਜੋ ਕਰ ਰਿਹਾ ਉਹ ਠੀਕ ਹੈ ਕਿ ਗਲਤ ਹੈ। ਜਦੋਂ ਸਤ ਸੰਗਤ ਕਰਦਾ ਹੈ ਫਿਰ ਗਿਆਨ ਹੁੰਦਾ ਹੈ, ਫਿਰ ਉਹ ਬੁਰਾਈਆਂ ਨੂੰ ਛੱਡਣ ਲੱਗ ਜਾਂਦਾ ਹੈ। ਅੱਗੇ ਕਹਿੰਦੇ ਮਾਝ ਮਹਿਲਾ ਤੀਜਾ, ਮੇਰਾ ਪ੍ਰਭ ਨਿਰਮਲ ਅਗੰਮ ਅਪਾਰ। ਇਹਨੂੰ ਅਗਮ ਨਹੀਂ ਪੜ੍ਹਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਸੰਸਕ੍ਰਿਤ ਇਹਦਾ ਉਚਾਰਨ ਗੱਗੇ 'ਤੇ ਟਿੱਪੀ ਲਾ ਕੇ ਅਗੰਮ। ਗੰਮ ਪਹੁੰਚਣਾ ਹੁੰਦਾ, ਅਗੰਮ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ। ਅਪਾਰਾ, ਪਾਰਾ ਹੁੰਦਾ ਅੰਤ, ਅਪਾਰਾ ਬੇਅੰਤ। ਮੇਰਾ ਪ੍ਰਭ ਨਿਰਮਲ ਅਗੰਮ ਅਪਾਰ, ਬਿਨ ਤਕੜੀ ਤੋਲੇ ਸੰਸਾਰ। ਗੁਰਮੁਖ ਹੋਵੇ ਸੋਈ ਬੂਝੈ, ਗੁਣ ਕਹਿ ਗੁਣੀ ਸਮਾਵਣੇ। ਮੇਰਾ ਪ੍ਰਭ ਨਿਰਮਲ ਹੈ, ਮੇਰਾ ਪਰਮਾਤਮਾ ਪਵਿੱਤਰ ਹੈ। ਅਗੰਮ, ਉਹਦੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੈ। ਅਪਾਰਾ, ਉਹ ਬੇਅੰਤ ਹੈ, ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਬਿਨ ਤਕੜੀ ਤੋਲੇ ਸੰਸਾਰ, ਉਹ ਤਕੜੀ ਤੋਂ ਬਿਨਾਂ ਹੀ ਸੰਸਾਰ ਨੂੰ ਤੋਲਦਾ ਹੈ। ਅਤੇ ਤੋਲਣ ਤੋਂ ਭਾਵ ਨਹੀਂ ਤੂੰ 70 ਕਿੱਲੋ ਦੇ 80 ਕਿੱਲੋ ਦੇ ਨਹੀਂ। ਜਿਹੜੇ ਸਾਡੇ ਕਰਮ ਨੇ ਉਹਨਾਂ ਨੂੰ ਤੋਲਦਾ, ਉਹਨਾਂ ਨੂੰ ਵੇਖਦਾ, ਉਹ ਸਾਡੇ ਕਰਮਾਂ ਨੂੰ ਤੋਲਦਾ। ਗੁਰਮੁਖ ਹੋਵੇ ਸੋਈ ਬੁਝੇ, ਫਿਰ ਜਿਹੜਾ ਗੁਰਮੁਖ ਹੋ ਜਾਂਦਾ ਹੈ ਉਹਨੂੰ ਸੋਝੀ ਆ ਜਾਂਦੀ। ਉਹਨੂੰ ਫਿਰ ਕੀ ਸੋਝੀ ਆਉਂਦੀ ਹੈ? ਗੁਣ ਕਹਿ ਗੁਣੀ ਸਮਾ ਮੰਨਿਆ। ਉਹਨੂੰ ਸੋਝੀ ਆਉਂਦੀ ਕਿ ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਵਿੱਚ ਸਮਾਇਆ ਜਾ ਸਕਦਾ ਹੈ। ਇਸ ਲਈ ਉਹ ਪਰਮਾਤਮਾ ਗੁਣ ਗਾਉਂਦਾ ਰਹਿੰਦਾ, ਅੰਤ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਹੋਂ ਵਾਰੀ ਜੀਓ ਵਾਰੀ, ਹਰ ਕਾ ਨਾਮ ਮਨ ਵਸਾਵਣੇ। ਜੋ ਸੱਚ ਲਾਗੇ ਸੇ ਅਣ ਦਿਨ ਜਾਗੇ, ਦਰ ਸੱਚੈ ਸੋਭਾ ਪਾਵਣੇ। ਹੋਂ ਵਾਰੀ ਜੀਓ ਵਾਰੀ, ਹਰ ਕਾ ਨਾਮ ਮਨ ਵਸਾਵਣੇ। ਜਿਹੜੇ ਹਰੀ ਦਾ ਨਾਮ ਮਨ 'ਚ ਵਸਾ ਲੈਂਦੇ ਹਨ, ਗੁਰੂ ਮਹਾਰਾਜ ਕਹਿੰਦੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਸ ਤੋਂ ਸਦਕੇ ਜਾਂਦਾ ਹਾਂ। ਵੀ ਸ਼ਾਬਾਸ਼ ਹੈ ਭਾਈ, ਤੁਹਾਡੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ। ਨਾਮ ਜਪਣ ਵਾਲੇ ਦੀ ਗੁਰਬਾਣੀ ਬਹੁਤ ਜ਼ਿਆਦਾ ਮਹਿਮਾ ਲਿਖੀ ਹੋਈ ਹੈ। ਗੁਰੂ ਮਹਾਰਾਜ ਜੋ ਦੀਸੈ ਗੁਰ ਸਿੱਖੜਾ, ਪੰਚਮ ਪਾਤਸ਼ਾਹ ਕਹਿੰਦੇ ਜਿਹੜਾ ਵੀ ਮੈਨੂੰ ਗੁਰਸਿੱਖ ਦਿਸਦਾ ਨਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਮੈਂ ਝੁੱਕ ਝੁੱਕ ਕੇ ਉਹਦੇ ਚਰਨੀ ਲੱਗਦਾ ਵੀ ਹੇ ਸਿੱਖਾ ਤੂੰ ਧੰਨ ਹੈ, ਤੂੰ ਨਾਮ ਜਪਦਾ ਹੈ। ਇੰਨਾ ਗੁਰੂ ਮਹਾਰਾਜ ਸਤਿਕਾਰ ਗੁਰਸਿੱਖ ਨੂੰ ਦਿੰਦੇ ਹਨ। ਗੁਰਸਿੱਖ ਹੁੰਦਾ ਜਿਹੜਾ ਗੁਰੂ ਦੇ ਆਖੇ ਲੱਗੇ। ਜੋ ਸੱਚ ਲਾਗੇ ਸੇ ਅਣਦਿਨ ਜਾਗੇ। ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਹਨ ਉਹ ਦਿਨ ਰਾਤ ਜਾਗਦੇ ਹਨ। ਇਹ ਨਹੀਂ ਸੌਂਦੇ ਹੀ ਨਹੀਂ, ਇਹ ਭਾਵ ਨਹੀਂ।
ਦਿਨ ਰਾਤ ਜਾਗਣ ਤੋਂ ਮਤਲਬ ਸੁਚੇਤ ਰਹਿਣਾ, ਵੀ ਕੋਈ ਬੁਰਾਈ ਮੇਰੇ 'ਤੇ ਹਮਲਾ ਨਾ ਕਰ ਦੇਵੇ, ਮੈਂ ਕਿਸੇ ਬੁਰੇ ਕੰਮ ਵੱਲ ਨਾ ਚਲੇ ਜਾਵਾਂ। ਇਸ ਗੱਲੋਂ ਸੁਚੇਤ ਰਹਿੰਦੇ, ਉਹਨੂੰ ਕਹਿੰਦੇ ਜਾਗਣਾ। ਇਹੋ ਜਿਹੇ ਬੰਦੇ ਜਿਹੜੇ ਦਿਨ ਰਾਤ ਸੁਚੇਤ ਰਹਿੰਦੇ ਨੇ, ਜੋ ਸੱਚ ਦੇ ਨਾਲ ਲੱਗ ਗਏ ਨਾਮ ਜਪਦੇ ਨੇ, ਦਰ ਸੱਚੇ ਸੋਭਾ ਪਾਵਨ, ਉਹ ਪਰਮਾਤਮਾ ਦੇ ਦਰ 'ਤੇ ਫਿਰ ਸੋਭਾ ਪਾਉਂਦੇ ਨੇ। ਉਹਨਾਂ ਨੂੰ ਪਰਮਾਤਮਾ ਦਰ 'ਤੇ ਵਡਿਆਈ ਮਿਲਦੀ ਹੈ, ਆਦਰ ਮਾਣ ਸਤਿਕਾਰ ਮਿਲਦਾ ਹੈ। ਰੇ ਰੇ ਦਰਗਾਹ ਕਹਿ ਨ ਕੋ, ਆਓ ਬੈਠ ਆਦਰ ਸ਼ੁਭ ਦਿਓ। ਉਹਨੂੰ ਦਰਗਾਹ 'ਚ ਕੋਈ ਦੁਰਕਾਰਦਾ ਨਹੀਂ ਹੈ, ਸੋ ਕਿ ਆਓ ਜੀ ਬੈਠੋ ਜੀ, ਸਾਰੇ ਆਦਰ ਮਾਣ ਕਰਦੇ ਹਨ। ਰਹਾਉ ਆਪ ਸੁਣੇ ਤੈ ਆਪੇ ਵੇਖੈ। ਇੱਕ ਹੁੰਦਾ ਤੈ, ਇੱਕ ਹੁੰਦਾ ਤੈਂ। ਇਹ ਬਹੁਤਿਆਂ ਨੂੰ ਪਤਾ ਨਹੀਂ ਲੱਗਦਾ ਕੀ ਪੜ੍ਹਨੇ ਨੂੰ। ਤੈ ਹੁੰਦਾ ਅਤੇ, ਤੈਂ ਹੁੰਦਾ ਤੂੰ। ਤੈਂ ਹੁੰਦਾ ਬਿੰਦੀ ਨਾਲ ਬੋਲੋਗੇ, ਤੈਂ ਹੁੰਦਾ ਤੂੰ, ਤੈ ਹੁੰਦਾ ਅਤੇ। ਆਪ ਸੁਣੇ ਤੈ ਆਪੇ ਵੇਖੈ, ਜਿਸ ਨੂੰ ਨਦਰ ਕਰੇ ਸੋਈ ਜਨ ਲਿਖੈ। ਆਪੇ ਲਾਏ ਲਏ ਸੋ ਲਾਗੈ, ਗੁਰਮੁਖ ਸੱਚ ਕਮਾਵਣਿਆ। ਆਪ ਸੁਣੈ ਤੈ ਆਪੇ ਵੇਖੈ। ਪਰਮਾਤਮਾ ਆਪ ਹੀ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ, ਆਪ ਹੀ ਉਹਨਾਂ ਦੀ ਦੇਖਭਾਲ ਕਰਦਾ ਹੈ। ਜਿਸ ਨੂੰ ਨਜ਼ਰ ਕਰੇ, ਜਿਸ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਨਾ, ਸੋਈ ਜਨ ਲਿਖੇ, ਉਸੇ ਵਿਅਕਤੀ ਦਾ ਜੀਵਨ ਹੀ ਲੇਖੇ 'ਚ ਹੁੰਦਾ। ਉਹਦੇ ਕੀਤੇ ਕੰਮ ਲੇਖੇ 'ਚ ਹੋ ਜਾਂਦੇ ਨੇ, ਵਿਅਰਥ ਨਹੀਂ ਜਾਂਦੇ। ਉਹਦਾ ਜੀਵਨ ਲੇਖੇ 'ਚ ਲੱਗਦਾ, ਭਾਵ ਪਰਮਾਤਮਾ ਦੀ ਨਜ਼ਰਾਂ 'ਚ ਪ੍ਰਵਾਨ ਹੋ ਜਾਂਦੇ। ਆਪੇ ਲਾਏ ਲਏ ਸੋ ਲੱਗੇ। ਜਿਹਨੂੰ ਪਰਮਾਤਮਾ ਨਾਮ ਵਾਲੇ ਪਾਸੇ ਲਾਉਂਦਾ ਨਾ, ਉਹੀ ਲੱਗਦਾ। ਅਸੀਂ ਜੇ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਸਤਸੰਗ ਕਰਦੇ, ਸਾਨੂੰ ਪਰਮਾਤਮਾ ਨੇ ਲਾਇਆ ਇਸ ਪਾਸੇ, ਉਹਦੀ ਕਿਰਪਾ ਹੈ। ਇਸ ਦਾ ਸ਼ੁਕਰਾਨਾ ਕਰਨਾ ਚਾਹੀਦਾ। ਨਹੀਂ ਤਾਂ ਇਸ ਵੇਲੇ ਸਾਨੂੰ ਠੇਕੇ 'ਤੇ ਵੀ ਤਾਂ ਭੇਜ ਸਕਦਾ ਸੀ। ਸਰਕਾਰ ਨੇ ਬਾਕੀ ਸਾਰੀ ਦੁਕਾਨਾਂ ਬੰਦ ਕੀਤੀ, ਠੇਕੇ ਕੋਲ ਰਹਿੰਦੇ ਨੇ। ਇੱਕ ਮੈਨੂੰ ਕਹਿੰਦੇ ਇਹ ਕਿਉਂ? ਮੈਂ ਸੁਣ ਮੇਰੀ ਗੱਲ, ਦੁਕਾਨਾਂ ਤੋਂ ਜਿਹੜਾ GST ਜਿਹਨੂੰ ਟੈਕਸ ਕਹਿੰਦੇ ਨੇ, ਉਹ ਜਿਹੜਾ ਦੁਕਾਨਦਾਰਾਂ ਨੂੰ ਟੈਕਸ ਲੱਗਦਾ ਹੈ, ਉਹ ਸੌਦਾ ਵੇਚਦੇ ਨੇ, ਖਰੀਦਣ ਵਾਲੇ ਨੂੰ ਟੈਕਸ ਭਰਨਾ ਪੈਂਦਾ। ਉਹ ਜਿਹੜਾ ਟੈਕਸ ਲਿਆ ਖਰੀਦਦਾਰ ਤੋਂ ਦੁਕਾਨਦਾਰ ਨੇ, ਉਹ ਸੈਂਟਰ ਨੂੰ ਜਾਂਦਾ, ਉਹ ਕੇਂਦਰੀ ਸਰਕਾਰ ਕੋਲ ਜਾਂਦਾ। ਕੇਂਦਰੀ ਸਰਕਾਰ ਉਸ ਟੈਕਸ ਦਾ ਕੁਝ ਹਿੱਸਾ ਜਿਹੜੀ ਸਟੇਟ ਉਹਨੂੰ ਦਿੰਦੇ, ਸਾਰਾ ਨਹੀਂ ਮਿਲਦਾ। ਪਰ ਜਿਹੜਾ ਸ਼ਰਾਬ ਤੋਂ ਆਮਦਨ ਹੈ, ਉਹ ਸਿੱਧੀ ਸਟੇਟ ਗੌਰਮੈਂਟ ਨੂੰ ਆਮਦਨ ਹੁੰਦੀ ਹੈ। ਆਮਦਨ ਹੋਏਗੀ ਤਾਂ ਸਰਕਾਰ ਚੱਲੇਗੀ ਨਾ। ਇਸ ਲਈ ਸਰਕਾਰ ਦੀ ਮਜਬੂਰੀ ਹੈ ਠੇਕੇ ਖੋਲ੍ਹੇ। ਜੇ ਠੇਕੇ ਬੰਦ ਕਰਦੇ, ਆਮਦਨ ਕੋਈ ਨਹੀਂ ਹੁੰਦੀ। ਆਮਦਨ ਕੋਈ ਨਹੀਂ ਹੁੰਦੀ, ਫਿਰ ਲੋਕ ਰੌਲਾ ਪਾਉਂਦੇ ਹਨ। ਇਸ ਲਈ ਸਰਕਾਰ ਨੂੰ ਮਜਬੂਰੀ ਦੇ ਵਿੱਚ ਇਹ ਖੋਲ੍ਹਣੇ ਪੈਂਦੇ, ਸ਼ੌਕ ਵਜੋਂ ਨਹੀਂ ਖੋਲ੍ਹੇ। ਕਿਉਂਕਿ ਪੰਜਾਬ ਦੇ ਲੋਕ ਕਰੋੜਾਂ ਬੋਤਲਾਂ ਸ਼ਰਾਬ ਪੀਂਦੇ ਨੇ ਇੱਕ ਸਾਲ 'ਚ। ਹਜ਼ਾਰਾਂ ਕਰੋੜ ਰੁਪਈਆ ਸਰਕਾਰ ਨੂੰ ਟੈਕਸ ਬਣਦਾ ਉਸ ਤੋਂ, ਕਈ ਹਜ਼ਾਰ ਕਰੋੜ ਸਰਕਾਰ ਨੂੰ ਸ਼ਰਾਬ ਤੋਂ ਟੈਕਸ ਮਿਲਦਾ ਹੈ। ਬਾਕੀ ਤਾਂ ਠੇਕੇਦਾਰਾਂ ਦਾ ਹੁੰਦਾ, ਕੁਝ ਕਾਰਖਾਨੇਦਾਰਾਂ ਦਾ ਹੁੰਦਾ। ਜਿਹੜੇ ਸ਼ਰਾਬ ਤਿਆਰ ਕਰਦੇ ਉਹਨਾਂ ਦੇ ਵਿੱਚੋਂ ਕਮਾਉਣਾ, ਜਿੰਨਾ ਠੇਕੇ ਲੈਣ ਉਹਨਾਂ ਵੀ ਤਾਂ ਕਮਾਉਣਾ। ਅਤੇ ਸਰਕਾਰ ਨੂੰ ਕਰੋੜਾਂ ਰੁਪਏ ਦੀ ਟੈਕਸ ਤੋਂ ਆਮਦਨ ਹੈ, ਕਿਉਂਕਿ ਪੰਜਾਬ ਦੇ ਲੋਕ ਸ਼ਰਾਬ ਪੀਣ ਦੇ ਸ਼ੌਕੀਨ। ਅਰਬਾਂ ਰੁਪਈਏ ਪੰਜਾਬ ਦੇ ਸ਼ਰਾਬਾਂ 'ਚ ਹੀ ਚਲੇ ਜਾਂਦੇ ਹਨ। ਕਿਤੇ ਹਿਸਾਬ ਲਈ ਨਾ, ਬੰਦੇ ਦੀ ਅੱਖਾਂ ਅੱਡੀਆਂ ਰਹਿ ਹੈਂ, ਉਹਦਾ ਮੂੰਹ ਵੀ ਟੱਡਿਆ ਰਹਿ ਜਾਏਗਾ, ਅੱਖਾਂ ਵੀ ਅੱਡੀਆਂ ਰਹਿ ਵੀ ਇੰਨੇ 100 ਇੰਨੇ ਹਜ਼ਾਰ ਕਰੋੜ ਦੀ ਸ਼ਰਾਬ ਪੀਂਦੇ ਨੇ।
5,000 ਕਰੋੜ ਤੇ ਸਰਕਾਰ ਨੂੰ ਸ਼ਰਾਬ ਤੋਂ ਟੈਕਸ ਮਿਲਦਾ। ਸ਼ਰਾਬ ਕਿੰਨੇ ਦੀ ਹੋਗੀ ਤੁਸੀਂ ਆਪ ਅੰਦਾਜ਼ਾ ਲਾ ਲਓ। ਤੁਸੀਂ 100 ਰੁਪਈਏ ਦਾ ਸੌਦਾ ਲਿਆ, ਉਸ 'ਤੇ 14% ਟੈਕਸ ਲੱਗਾ GST। ਜੇ 14 ਰੁਪਈਏ ਟੈਕਸ ਤੇ ਸੌਦਾ 100 ਦਾ ਹੈ, ਅਤੇ ਜੇ ਟੈਕਸ 5,000 ਹੈ ਤਾਂ ਸੌਦਾ ਕਿੰਨੇ ਹਜ਼ਾਰਾਂ ਦਾ ਹੋਏਗਾ, ਉਹ ਤੁਸੀਂ ਆਪ ਅੰਦਾਜ਼ਾ ਲਾ ਲਓ। ਇੰਨੀ ਸ਼ਰਾਬ ਪੀਤੀ ਜਾ ਰਹੀ ਹੈ। ਇਸ ਲਈ ਸਰਕਾਰ ਠੇਕੇ ਨਹੀਂ ਬੰਦ ਕਰ ਸਕਦੀ, ਜੋ ਮਰਜ਼ੀ ਤੁਸੀਂ ਕਹੀ ਜਾਓ। ਸੋ ਗੁਰੂ ਮਹਾਰਾਜ ਕਹਿੰਦੇ, ਜਿਸ ਨੂੰ ਨਦਰ ਕਰੇ ਸੋਈ ਜਨ ਲਿਖੇ। ਜਿਸ 'ਤੇ ਪਰਮਾਤਮਾ ਕਿਰਪਾ ਕਰਦਾ ਉਹਦਾ ਜੀਵਨ ਲੇਖੇ 'ਚ ਲੱਗ ਜਾਂਦਾ ਹੈ। ਆਪੇ ਲਾਏ ਲਏ ਸੋ ਲਾਗੈ, ਗੁਰਮੁਖ ਸੱਚ ਕਮਾਮਣੇ। ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਲ ਆਪ ਜੋੜ ਲੈਂਦੇ ਨਾ, ਉਹ ਫਿਰ ਗੁਰਮੁਖ ਸੱਚ ਦੀ ਕਮਾਈ ਕਰਦੇ। ਸੱਚ ਦੀ ਕਮਾਈ, ਨਾਮ ਦੀ ਕਮਾਈ ਕਰਦੇ। ਨਾਮ ਦੀ ਕਮਾਈ ਦਾ ਮਤਲਬ ਵੀ ਨਾਮ ਜਪਦੇ ਰਹਿੰਦੇ ਹਨ। ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ। ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਜਿਸ ਸਤਿਗੁਰ ਮਿਲਿਆ ਸੇ ਵਡਭਾਗੀ, ਪੂਰੇ ਕਰਮ ਮਿਲਾ ਬਣੇ। ਜਿਸ ਆਪ ਭੁਲਾਏ, ਜਿਹਨੂੰ ਪਰਮਾਤਮਾ ਆਪ ਹੀ ਆਪਣੇ ਵੱਲੋਂ ਭੁਲਾਉਂਦਾ ਹੈ, ਸੋ ਕਿੱਥੇ ਹੱਥ ਪਾਏ। ਉਹ ਕਿੱਥੇ ਹੱਥ ਪਾਏਗਾ, ਕਿਉਂਕਿ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਪਰਮਾਤਮਾ ਨੇ ਹੀ ਉਹਨੂੰ ਨਾਮ ਹੀ ਭੁਲਾ ਦਿੱਤਾ, ਵੀ ਨਾਮ ਵੀ ਜਪੀਦਾ ਹੁੰਦਾ। ਹੁਣ ਕਿੱਥੇ ਹੱਥ ਪਾਏਗਾ, ਕਿਵੇਂ ਬਚੇਗਾ। ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਹੁਣ ਨਾਮ ਉਹ ਜਪਦਾ ਨਹੀਂ, ਇਸ ਲਈ ਜੋ ਕਿਸਮਤ 'ਚ ਲਿਖਿਆ ਮਿਟਦਾ ਨਹੀਂ। ਪੂਰਬ ਲਿਖਿਆ ਸਾਡੇ ਜਨਮ ਵੇਲੇ, ਸਾਡੇ ਪਿਛਲੇ ਜਨਮਾਂ ਦੇ ਕਰਮਾਂ ਨੂੰ ਵੇਖ ਕੇ ਜੋ ਸਾਡੀ ਕਿਸਮਤ ਲਿਖਤੀ ਹੁੰਦੀ, ਕਹਿੰਦੇ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਉਹ ਕਿਸਮਤ ਮਿਟਦੀ ਨਹੀਂ ਹੈਗੀ। ਕਿਉਂ? ਨਾਮ ਉਹ ਜਪਦਾ ਨਹੀਂ। ਬਾਣੀ ਨੇ ਅਤੇ ਨਾਮ ਨੇ ਸਾਡੀ ਕਿਸਮਤ ਬਦਲਣੀ ਹੈ, ਸਾਡੇ ਲੇਖ ਬਦਲਣੇ ਨੇ। ਜੇ ਕੋਈ ਬੰਦਾ ਬਾਣੀ ਨਹੀਂ ਪੜ੍ਹਦਾ, ਨਾਮ ਨਹੀਂ ਜਪਦਾ, ਸਤ ਸੰਗਤ ਨਹੀਂ ਕਰਦਾ, ਉਹਦੇ ਕਰਮ ਨਹੀਂ ਬਦਲਦੇ। ਇਹ ਖਿਆਲ ਰੱਖਣਾ। ਮਨੁੱਖ ਕਿਤੇ ਵੀ ਚਲੇ ਜਾਏ, ਉਹਦੇ ਕਰਮ ਨਾਲ ਜਾਂਦੇ ਨੇ। ਕਿਤੇ ਚਲੇ ਜਾਓ, ਕਰਮਾਂ ਨੇ ਨਾਲ ਜਾਣਾ। ਜੇ ਮੈਂ ਦੂਜੀ ਕਿ ਤੀਜੀ ਜਮਾਤ ਪੜ੍ਹਦਾ, ਕੁਦਰਤੀ ਮਾਤਾ ਜੀ ਕੋਲ ਬੈਠੇ ਸਾਨੂੰ, ਉੱਥੇ ਇੱਕ ਲਾਈਨ ਆ ਗਈ, ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ। ਮੈਂ ਬੇਬੇ ਨੂੰ ਕਿਹਾ, ਬੇਬੇ ਇਹਦਾ ਕੀ ਮਤਲਬ ਹੈ? ਕਹਿੰਦੇ ਕਾਕਾ, ਜਿਹੜੇ ਕਰਮ ਨੇ ਨਾ ਮਨੁੱਖ ਦੇ, ਇਹ ਕਿਤੇ ਵੀ ਚਲੇ ਜਾਏ ਨਾਲ ਹੀ ਜਾਂਦੇ ਨੇ। ਮਾੜੇ ਕਰਮਾਂ ਕਰਨ ਨੂੰ ਉਹ ਆਪਣੇ ਪਿੰਡ 'ਚ ਵੀ ਭੁੱਖਾ, ਸ਼ਹਿਰ 'ਚ ਚਲੇ ਗਏ, ਚਲੋ ਉੱਥੇ ਜਾ ਕੋਈ ਕੰਮ ਕਰਾਂਗੇ, ਉੱਥੇ ਵੀ ਭੁੱਖਾ। ਕਰਮ ਦੇ ਨਾਲ ਹੀ ਚਲੇ ਜਾਂਦੇ ਨੇ। ਫਿਰ ਉਹਨੇ ਆਪਣੇ ਜੀਵਨ ਦੀ ਘਟਨਾ ਸੁਣਾਈ। ਕਹਿੰਦੇ ਪਾਕਿਸਤਾਨ ਦੇ ਵਿੱਚ ਇੱਕ ਆਮ ਕਹਾਵਤ ਸੀ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਜਮੀਨ ਹੀ। ਇਸ ਲਈ ਕਿ ਤੇਰੇ ਪਿਤਾ ਜੀ ਮੈਨੂੰ ਲਾਹੌਰ ਵਿਖਾਉਣ ਲਈ ਲਾਏ। 2 ਵਜੇ ਤਾਂ ਅਸੀਂ ਦੇਖਦੇ ਦੁਖਦੇ ਰਹੇ, ਫਿਰ ਇੱਕ ਤਾਂ ਅਸੀਂ ਥੱਕ ਗਏ, ਇੱਕ ਸਾਨੂੰ ਭੁੱਖ ਲੱਗ ਗਈ। ਉਦੋਂ ਚਾਹਾਂ ਨਹੀਂ ਸੀ ਲੋਕ ਪੀਂਦੇ ਹੁੰਦੇ, ਦੁੱਧ ਪੀਂਦੇ ਸਨ। ਦੁੱਧ ਦੀਆਂ ਦੁਕਾਨਾਂ, ਚਾਹ ਦੀ ਦੁਕਾਨਾਂ ਨਹੀਂ ਸੀ ਹੁੰਦੀਆਂ। ਅਸੀਂ ਕਿਹਾ ਵੀ ਚਲੋ ਗਰਮ ਗਰਮ ਦੁੱਧ ਪੀਂਦੇ ਹਾਂ, ਥਕਾਵਟ ਥੋੜ੍ਹੀ ਉਤਰ ਜਾਏਗੀ। ਇੱਕ ਦੁਕਾਨ 'ਤੇ ਘੱਟ ਭੀੜ ਸੀ, ਕਹਿੰਦੇ ਅਸੀਂ ਉੱਥੇ ਮੀਆਂ ਬੀਬੀ ਬੈਠ ਗਏ। ਚਲੋ ਦੁੱਧ ਗਰਮ ਸੀ, ਅਸੀਂ ਹੌਲੀ ਹੌਲੀ ਪੀਂਦੇ ਰਹੇ ਵੀ ਚਲੋ ਸਾਨੂੰ ਕਿਹੜਾ ਕਾਹਲ ਹੈ, ਨਾਲ ਥਕਾਵਟ ਉਤਰ ਜਾਏਗੀ। ਅੱਧਾ ਘੰਟਾ ਅਸੀਂ ਉੱਥੇ ਬੈਠੇ ਰਹੇ। ਸਾਡੇ ਤੋਂ ਬਿਨਾਂ ਉਹਦੇ ਕੋਈ ਗਾਹਕ ਹੀ ਨਹੀਂ ਹੋ ਰਿਹਾ। ਨਾਲ ਵਾਲੀ ਦੁਕਾਨ 'ਤੇ ਕਿੰਨੇ ਹੀ ਗਾਹਕ ਸਨ ਦੁੱਧ ਪੀਣ ਵਾਲੇ। ਕਹਿੰਦੇ ਮੈਂ ਇਹਨੂੰ ਪੁੱਛਿਆ, ਵੇ ਵੀਰ, ਦੁਕਾਨ 'ਤੇ ਪੁੱਛਿਆ ਬਈ ਆ ਤੇਰੇ ਤਾਂ ਅਸੀਂ ਸਿਰਫ 2 ਗਾਹਕ ਹੀ ਅੱਧੇ ਘੰਟੇ 'ਚ, ਹੋਰ ਕੋਈ ਆਇਆ ਨਹੀਂ। ਉਹਦੇ ਵਿੱਚ ਸਾਹਮਣੇ ਕਿੰਨੇ ਗਾਹਕ ਨੇ। ਉਹ ਕਹਿੰਦਾ ਭੈਣ ਜੀ ਅਸੀਂ ਦੋਨੋਂ ਸਕੇ ਭਰਾ ਹਾਂ। ਦੇਖੋ ਸਾਡੀ ਇੱਕੋ ਜਿਹੀ ਦੁਕਾਨ ਹੈ। ਸਾਡੇ ਪਿਤਾ ਨੇ ਕਹਿੰਦੇ 2 ਦੁਕਾਨਾਂ ਬਣਾਈਆਂ, ਇੱਕ ਮੈਨੂੰ ਦੇਤੀ, ਇੱਕ ਮੇਰੇ ਭਰਾ ਨੂੰ ਦੇਤੀ।
ਜਿਹੜਾ ਉਹਦੇ ਫਰਨੀਚਰ ਹੈ, ਮੇਜ਼ ਕੁਰਸੀ, ਉਹੀ ਮੇਰੇ ਨੇ। ਜਿਹੜੇ ਉਹਦੇ ਕੋਲੇ ਭਾਂਡੇ ਨੇ ਉਹੀ ਮੇਰੇ ਕੋਲ ਨੇ। ਜਿਸ ਦੋਧੀ ਤੋਂ ਉਹ ਦੁੱਧ ਲੈਂਦਾ, ਉਸੇ ਦੋਧੀ ਤੋਂ ਮੈਂ ਦੁੱਧ ਲੈਣਾ। ਪਰ ਦੇਖੋ ਭੈਣੇ, ਉਹਦੀ ਕਰਮ ਕਿੰਨੇ ਵਧੀਆ ਨੇ, ਉਹਦੇ ਰੌਣਕ ਲੱਗੀ ਹੋਈ ਹੈ, ਮੇਰੇ ਕੋਈ ਆਉਂਦਾ ਨਹੀਂ। ਕਹਿੰਦੇ ਇਸ ਲਈ ਪੁੱਤਰ, ਇਹ ਕਰਮ ਨਾਲ ਹੀ ਜਿੰਨੇ ਕਿਤੇ ਚਲੇ ਜਾਓ। ਜਿਹੜਾ ਆਪਾਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਹਾਂ, ਉਹ ਤਾਂ ਸਾਡਾ ਦਾਣਾ ਪਾਣੀ ਉੱਥੇ ਲਿਖਿਆ ਹੁੰਦਾ। ਦੂਸਰੇ ਪਾਤਸ਼ਾਹ ਕਹਿੰਦੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹ ਤਾਂ ਸਾਡੇ ਉੱਥੇ ਦਾਣੇ ਲਿਖੇ ਹੁੰਦੇ ਨੇ, ਤਾਂ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਪੈਂਦਾ। ਕਰਮ ਨਾਲ ਹੀ ਜਾਂਦੇ ਨੇ। ਅੱਗੇ ਉਹਨਾਂ ਨੂੰ ਇਹ ਨਹੀਂ ਸੀ ਗਿਆਨ, ਨਾ ਮੈਂ ਪੁੱਛਿਆ ਵੀ ਇਹ ਕਰਮ ਬਦਲਦੇ ਕਿਵੇਂ ਨੇ, ਕਿ ਮੈਂ ਛੋਟਾ ਸੀ, ਮੈਨੂੰ ਇਹਨਾਂ ਗੱਲਾਂ ਦਾ ਕਿਹੜਾ ਪਤਾ ਸੀ। ਪਰ ਜੋ ਉਹਨਾਂ ਮੈਨੂੰ ਕਿਹਾ ਉਹ ਮੈਨੂੰ ਸਮਝ ਆ ਗਈ ਗੱਲ। ਅਤੇ ਜਦੋਂ ਮੈਂ ਬਾਣੀ ਪੜ੍ਹੀ, ਮੈਂ ਕਿਹਾ ਵਾਕਈ ਇਹ ਬੰਦੇ ਦੇ ਕਰਮ ਨਹੀਂ ਬਦਲਦੇ ਜਿੰਨਾ ਚਿਰ ਬਾਣੀ ਨਹੀਂ ਪੜ੍ਹਦਾ, ਨਾਮ ਨਹੀਂ ਜਪਦਾ। ਕਿਉਂਕਿ ਪਰਮਾਤਮਾ ਕਹਿੰਦਾ ਹੈ ਵੀ ਹੇ ਇਨਸਾਨ, ਮੈਂ ਤੇਰੇ ਪਿਛਲੇ ਜਨਮਾਂ ਦੇ ਕਰਮਾਂ ਨੂੰ ਵੇਖ ਕੇ ਤੇਰੀ ਕਿਸਮਤ ਲਿਖ ਦਿੱਤੀ ਹੈ, ਹੁਣ ਮੈਂ ਨਹੀਂ ਬਦਲਣੀ। ਹਾਂ, ਅਗਰ ਤੂੰ ਆਪਣੀ ਕਿਸਮਤ ਨਾਲ ਸੰਤੁਸ਼ਟ ਨਹੀਂ ਹੈ ਤਾਂ ਮੈਂ ਸੰਸਾਰ 'ਤੇ ਸਾਧੂ ਅਤੇ ਗੁਰੂ ਭੇਜ ਰਿਹਾ ਹਾਂ, ਅਵਤਾਰ ਭੇਜ ਰਿਹਾ ਹਾਂ। ਉਹ ਜੇ ਚਾਹੁਣ ਤਾਂ ਤੇਰੀ ਕਿਸਮਤ ਬਦਲ ਸਕਦੇ ਹਨ। ਬਾਣੀ ਵੀ ਕਹਿੰਦੇ ਮੇਰੀ ਬਾਂਦੀ ਭਗਤ ਛਡਾਵੇ। ਪਰਮਾਤਮਾ ਕਹਿੰਦਾ ਜੇ ਮੈਂ ਕਿਸੇ ਨੂੰ ਸਜ਼ਾ ਦਿੱਤੀ ਹੈ ਤਾਂ ਉਹ ਸਜ਼ਾ ਨੂੰ ਮੇਰਾ ਭਗਤ ਬਦਲ ਸਕਦਾ ਹੈ, ਪਰ ਜੇ ਭਗਤ ਕਿਸੇ ਨੂੰ ਸਜ਼ਾ ਦੇ ਦੇ ਕਿ ਉਹਨੂੰ ਮੈਂ ਨਹੀਂ ਬਦਲ ਸਕਦਾ। ਤਾਂ ਉਹਨੇ ਕਿਹਾ ਕਿ ਮੈਂ ਸੰਸਾਰ 'ਤੇ ਗੁਰੂ ਭੇਜ ਰਿਹਾ, ਮੈਂ ਸੰਸਾਰ 'ਤੇ ਸਾਧੂ ਭੇਜ ਰਿਹਾ। ਅਗਰ ਤੁਸੀਂ ਆਪਣੀ ਕਿਸਮਤ ਨਾਲ ਸੰਤੁਸ਼ਟ ਨਹੀਂ, ਜੇ ਤੁਸੀਂ ਆਪਣੀ ਕਿਸਮਤ ਬਦਲਣਾ ਚਾਹੁੰਦੇ ਹੋ ਤਾਂ ਜਾਂ ਕਿਸੇ ਸਾਧੂ ਕੋਲੇ ਜਾਓ ਅਤੇ ਜਾਂ ਫਿਰ ਗੁਰੂ ਕੋਲੇ ਜਾਓ। ਸਾਧੂ ਦਾ ਤਾਂ ਆਪਾਂ ਨੂੰ ਪੱਕਾ ਪਤਾ ਨਹੀਂ ਵੀ ਕਿਹੜਾ ਅੰਦਰੋਂ ਸਾਧੂ ਹੈ, ਕਿਹੜਾ ਬਾਹਰੋਂ ਹੈ, ਪਰ ਗੁਰੂ ਦਾ ਸਾਨੂੰ ਪਤਾ ਨਹੀਂ। ਗੁਰੂ ਗ੍ਰੰਥ ਸਾਡੇ ਗੁਰੂ। ਇਸ ਲਈ ਗੁਰੂ ਨੇ ਸਾਡੀ ਕਿਸਮਤ ਬਦਲਣੀ ਹੈ, ਅਤੇ ਗੁਰੂ ਹੈਗੀ ਬਾਣੀ। ਬਾਣੀ ਨੇ ਮਨੁੱਖ ਦੀ ਕਿਸਮਤ ਬਦਲਣੀ ਹੈ। ਇਸ ਲਈ ਬਾਣੀ ਪੜ੍ਹੋ ਜਾਂ ਗੁਰੂ ਦਾ ਦਿੱਤਾ ਨਾਮ ਜਿਹੜਾ ਹੈ ਉਹ ਜਪੋ। ਬਾਣੀ ਪੜ੍ਹਨ ਨਾਲ ਅਤੇ ਨਾਮ ਜਪਣ ਨਾਲ ਜਿਹੜੀ ਮਨੁੱਖ ਦੀ ਕਿਸਮਤ ਹੈ ਉਹ ਬਦਲ ਜਾਂਦੀ ਹੈ, ਸੰਸਾਰ ਦੇ ਕਿਸੇ ਵੀ ਯਤਨ ਨਾਲ ਨਹੀਂ ਬਦਲਦੀ। ਇਸ ਲਈ ਗੁਰੂ ਪਿਆਰਿਓ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵਧੀਆ ਕਿਸਮਤ ਹੋਵੇ ਤਾਂ ਫਿਰ ਭਾਈ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ। ਸਤਿਕਾਰਯੋਗ ਸਾਧ ਸੰਗਤ ਜੀ, ਕਹਿੰਦੇ ਪੂਰਵ ਲਿਖਿਆ ਸੋ ਮੇਟ ਨਾ ਜਾਏ। ਨਹੀਂ ਤਾਂ ਜਿਹੜਾ ਪਰਮਾਤਮਾ ਨੇ ਲਿਖਦਾ ਨਾ ਉਹ ਮਿਟਦਾ ਨਹੀਂ ਹੈਗਾ। ਜਿਨ ਸਤਿਗੁਰ ਮਿਲਿਆ ਸੇ ਵਡਭਾਗੀ, ਜਿਨ੍ਹਾਂ ਨੂੰ ਗੁਰੂ ਮਿਲ ਪਿਆ ਵੱਡੇ ਭਾਗਾਂ ਵਾਲੇ ਹਨ। ਪੂਰੇ ਕਰਮ ਮਿਲਾਵਣੇ, ਅਤੇ ਫਿਰ ਜੇ ਪੂਰੇ ਭਾਗ ਹੋਣਗੇ ਨਾ ਕਿਸੇ ਦੇ, ਫਿਰ ਪਰਮਾਤਮਾ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਫਿਰ ਪਰਮਾਤਮਾ ਜਦੋਂ ਅਸੀਂ ਗੁਰੂ ਨਾਲ ਸਾਡਾ ਮੇਲ ਹੋ ਜਾਂਦਾ ਹੈ, ਅਸੀਂ ਫਿਰ ਨਾਮ ਜਪਦੇ ਹਾਂ, ਫਿਰ ਪਰਮਾਤਮਾ ਸਾਡੇ ਦੇ ਕਰਮ ਬਖਸ਼ਿਸ਼ ਕਰਦਾ, ਸਾਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਫਿਰ ਮੈਂ ਯਾਦ ਕਰਾ ਦਿਆਂ ਕਿ 14 ਤੋਂ ਲੈ ਕੇ 16 ਤੱਕ ਅਖੰਡ ਪਾਠ ਹੋਣੇ ਸਨ। ਅੱਜ 13 ਤਰੀਕ, ਕੱਲ੍ਹ ਨੂੰ ਸ਼ੁਰੂ ਹੋ ਜਾਣੇ ਸਨ, ਸ਼ੁੱਕਰਵਾਰ ਹੈ ਕੱਲ੍ਹ ਨੂੰ। ਪਰ ਕਰੋਨਾ ਕਾਰਨ ਅਸੀਂ ਇਕੱਠ ਨਹੀਂ ਕਰਨਾ ਚਾਹੁੰਦੇ। ਸਿਆਣੇ ਕਹਿੰਦੇ ਨੇ ਹਸਾਏ ਦਾ ਨਾਮ ਨਹੀਂ ਹੁੰਦਾ, ਰਵਾਏ ਦਾ ਹੁੰਦਾ ਹੈ। ਰੱਬ ਨਾ ਕਰੇ ਤੁਸੀਂ ਇਕੱਠੇ ਹੋਏ ਚੰਗੇ ਕੰਮ ਲਈ ਹੋ, ਪਰ ਕਿਸੇ ਨੂੰ ਕੋਈ ਇੱਕ ਦੂਜੇ ਦਾ ਕੋਈ ਕਰੋਨਾ ਹੋ ਗਿਆ, ਕਿੱਡਾ ਭਾਰੀ ਉਸ ਦਾ ਨੁਕਸਾਨ ਹੋ ਜਾਂਦਾ ਹੈ। ਬਚਾਅ ਰੱਖਣਾ ਸਾਡਾ ਫਰਜ਼ ਬਣਦਾ ਹੈ। ਜਦੋਂ ਵੀ ਘਰ ਤੋਂ ਬਾਹਰ ਨਿਕਲੋ, ਆਪਣਾ ਮੂੰਹ ਅਤੇ ਨੱਕ ਢੱਕ ਕੇ ਨਿਕਲੋ। ਜੇ ਸਾਡਾ ਮੂੰਹ ਅਤੇ ਨੱਕ ਢੱਕਿਆ ਹੈ, ਦੂਜੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਉਹਦਾ ਸਾਹ ਸਾਡੇ ਤੱਕ ਅੰਦਰ ਨਹੀਂ ਜਾਂਦਾ, ਸਾਡਾ ਬਚਾਅ ਰਹਿੰਦਾ ਹੈ। ਅਗਰ ਮੰਨ ਲਓ ਹਵਾ ਦੇ ਵਿੱਚ ਵੀ ਕੋਈ ਜਰਮ ਫੈਲ ਗਏ ਨੇ, ਨਿੱਛ ਮਾਰਨਾ, ਖੰਘਣ ਨਾਲ, ਤਾਂ ਵੀ ਮੂੰਹ ਨੱਕ ਢੱਕੇ ਹੋਣਾ ਸਾਡਾ ਬਚਾਅ ਹੋ ਸਕਦਾ ਹੈ। ਇਸ ਲਈ ਸੰਗਤ ਨੂੰ ਬੇਨਤੀ ਹੈ, ਜਦੋਂ ਵੀ ਘਰੋਂ ਬਾਹਰ ਨਿਕਲੋ ਆਪਣਾ ਮੂੰਹ ਅਤੇ ਨੱਕ ਢੱਕ ਕੇ ਨਿਕਲੋ। ਜਿਹੜੇ ਕਹਿੰਦੇ ਮਾਸਕ ਪਾਉਣਾ, ਮਾਸਕ ਪਾ ਕੇ ਰੱਖੋ।
ਜੇ ਕਿਤੇ ਘਰ ਜਾਓ ਮਿਲਣ ਤਾਂ ਵੀ ਮੂੰਹ ਨੱਕ ਢੱਕ ਕੇ ਜਾਓ। ਹਾਂ ਉੱਥੇ ਕੋਈ ਚੀਜ਼ ਖਾਣੀ ਪੀਣੀ ਪੈ ਗਈ ਹੈ ਫਿਰ ਤਾਂ ਸਾਨੂੰ ਮੂੰਹ ਨੰਗਾ ਕਰਨਾ ਪਏਗਾ ਨਾ, ਕੋਈ ਚੀਜ਼ ਖਾਣੀ ਹੈ ਪੀਣੀ, ਨਹੀਂ ਤਾਂ ਆਪਣਾ ਮੂੰਹ ਅਤੇ ਨੱਕ ਢੱਕ ਕੇ ਰੱਖੀਦਾ। ਇਸ 'ਚ ਹੀ ਆਪਣਾ ਭਲਾ ਹੈ। ਹੁਣ ਮੇਰੇ ਕੋਲ ਕਈ ਆਉਂਦੇ ਨੇ, ਮੈਂ ਉਹਨੂੰ ਬੇਨਤੀ ਕਰਦਾ ਭਾਈ ਅੱਜ ਕੱਲ੍ਹ ਮੇਰੇ ਪੈਰੀਂ ਹੱਥ ਨਾ ਲਾਇਆ ਕਰੋ, ਨਾ ਮੇਰੇ ਨੇੜੇ ਆਓ ਬਾਬਾ ਜੀ ਸਾਨੂੰ ਅਸੀਸ ਦੇ ਦੇਣ, ਆਸ਼ੀਰਵਾਦ ਦੇ, ਸਾਡੇ ਸਿਰ 'ਤੇ ਹੱਥ ਰੱਖਣ, ਵੀ ਦੂਰੀ ਬਣਾ ਕੇ ਰੱਖੋ। ਦਿਲ 'ਚ ਸਤਿਕਾਰ ਹੋਣਾ ਚਾਹੀਦਾ, ਫਤਿਹ ਬੁਲਾ ਦੋ। ਅਤੇ ਜੇ ਭਾਈ ਕਿਸੇ ਨੇ ਅਰਦਾਸ ਕਰਾਉਣੀ ਹੈ ਤਾਂ ਟੈਲੀਫੋਨ 'ਤੇ ਕਰਾ ਲਿਆ ਕਰੋ, ਉਹਨੂੰ ਇੱਥੇ ਆ ਕੇ ਅਰਦਾਸ ਕਰਾਉਣ ਦੀ ਲੋੜ ਨਹੀਂ। ਟੈਲੀਫੋਨ ਨੰਬਰ ਮੇਰਾ ਸਭ ਕੋਲ ਹੈਗਾ, ਟੈਲੀਫੋਨ 'ਤੇ 4 ਵਜੇ ਤੋਂ ਲੈ ਕੇ 5 ਵਜੇ ਦਾ ਟਾਈਮ ਹੈ, ਉਦੋਂ ਅਰਦਾਸ ਕਰਾ ਲਿਆ ਕਰੋ। ਇੱਥੇ ਮੇਰੇ ਕੋਲ ਆਉਣ ਦੀ ਲੋੜ ਨਹੀਂ। ਜਿਹੜਾ ਕੋਈ ਭੁੱਲਿਆ ਚੁੱਕਿਆ ਆ ਜਾਏ ਤਾਂ ਉਹਨੂੰ ਬੇਨਤੀ ਹੈ ਕਿ ਆਪਣਾ ਮੂੰਹ ਨੱਕ ਢੱਕ ਕੇ ਆਓ, ਅਤੇ ਨਾ ਮੈਂ ਉਹਨਾਂ ਦੇ ਹੱਥ ਲਾਵਾਂ ਅਤੇ ਨਾ ਉਹ ਮੇਰੇ ਹੱਥ ਲਾਉਣ। ਇਹ ਦੋਨਾਂ ਦਾ ਹੀ ਬਚਾਅ ਹੈ। ਸੋ ਜਿਹੜੇ ਕੱਲ੍ਹ ਨੂੰ ਅਖੰਡ ਪਾਠ ਸ਼ੁਰੂ ਹੋਣੇ ਸਨ ਉਹ ਐਤਕੀ ਨਹੀਂ ਹੋਣਗੇ। ਅੱਗੇ ਫਿਰ ਅਖੰਡ ਪਾਠ ਜਾ ਕੇ 28 ਅਤੇ 30 ਨੂੰ ਹੈ, ਉਹ ਫਿਰ ਅੱਗੇ ਫੈਸਲਾ ਕੀਤਾ ਜਾਏਗਾ ਹਾਲਾਤ ਵੇਖ ਕੇ ਵੀ ਕਿਹੋ ਜਿਹੇ ਕਰੋਨਾ ਦੇ ਹਾਲਾਤ ਨੇ, ਘਟਿਆ ਵਧਿਆ ਜਿਵੇਂ ਹੈ, ਉਹ ਆਪ ਜੀ ਨੂੰ ਫਿਰ ਬਾਅਦ ਦੇ ਵਿੱਚ ਦੱਸ ਦਿੱਤਾ ਜਾਵੇਗਾ। ਸੋ ਆਪ ਜੀ ਨੇ ਯਾਦ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।